ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਬਿਲਾਵਲ ਮਹੱਲਾ ਪੰਜਵਾ। ਮਾਤ ਪਿਤਾ ਸੁਤ ਬੰਧੁ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਇਹ ਸ਼ਬਦ ਦੀ ਕਥਾ ਕੱਲ੍ਹ ਕੀਤੀ ਸੀ। ਬਿਲਾਵਲ ਮਹੱਲਾ ਪੰਜਵਾ। ਇਹਦੇ ਵਿੱਚ ਹੁਣ ਦੱਸਣਗੇ ਕਿ ਅਸੀਂ ਸੰਗਤ ਕਰਦੇ ਹਾਂ, ਮਨ ਸ਼ਾਂਤ ਹੁੰਦਾ ਹੈ, ਪਰ ਤੁਹਾਡੀ ਕਿਰਪਾ ਕਰਕੇ ਸਾਰੀ ਗੱਲ ਹੈ। ਸਤਸੰਗਤ ਦਾ ਫਲ ਦੱਸੋ ਕਿ ਮਾਰੇ ਕਿਰਪਾ ਕਰਦੇ ਹਨ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮਿੱਤਾ। ਕਹਿੰਦੇ ਹੈ ਮੇਰੇ ਮਿੱਤਰੋ, ਮਹਾਂਪੁਰਖਾਂ ਦੀ ਸੰਗਤ ਕਰਨ ਦੀ ਮਹਿਮਾ ਸੁਣੋ ਕਿ ਸਾਧੂਆਂ ਦੀ ਸੰਗਤ ਦੇ ਨਾਲ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਭ ਕੀਤਾ। ਪਿੰਗਲਾ ਕਹਿੰਦੇ ਪਰਬਤ ਤੋਂ ਪਾਰ ਹੋ ਸਕਦਾ, ਖਲ ਮੂਰਖ ਚਤੁਰ ਬਖਤਾ ਹੋ ਸਕਦਾ। ਜਿਸ ਤਰ੍ਹਾਂ ਸਾਧਨ ਸੰਪਤੀ ਹੈ, ਨਿਸ਼ਕਾਮ ਕਰਮ ਰੂਪੀ ਪੈਰਾਂ ਤੋਂ ਨਿਕਲਿਆ ਪਿੰਗਲਾ ਪੁਰਸ਼ ਹੈ, ਉਹ ਸੰਸਾਰ ਹੰਕਾਰ ਤੇ ਅਗਿਆਨ ਰੂਪੀ ਪਾਰ ਤੋਂ ਉਤਰ ਜਾਂਦਾ, ਪਾਰ ਹੋ ਜਾਂਦਾ ਹੈ। ਮੂਰਖ ਜੋ ਪ੍ਰੀਤੀ ਰੂਪੀ ਜੇਬਾਂ ਤੋਂ ਰਹਿਤ ਹੈ, ਉਹ ਚਾਰੇ ਵੇਦਾਂ ਦਾ ਭਗਤਾ ਬਣ ਜਾਂਦਾ ਹੈ, ਚਾਰੇ ਵੇਦਾਂ ਦਾ ਟੀਕਾ ਕਰਨ ਵਾਲਾ ਬਣ ਜਾਂਦਾ ਹੈ। ਅੱਠਵੇਂ ਗੁਰੂ ਜੀ ਨੇ ਪੰਡਤ ਹਰੀ ਲਾਲ ਸੀ ਨਾ, ਕਹਿੰਦਾ ਅੱਗੇ ਤੇ ਆਪਣੇ ਦੁਆਪਰ ਚ ਕ੍ਰਿਸ਼ਨ ਜੀ ਹੋਏ, ਜਿਹਨੇ ਗੀਤਾ ਆਚਾਰੀ ਹੈ, ਇਹਨੇ ਆਪਣਾ ਨਾਮ ਹਰੀ ਕ੍ਰਿਸ਼ਨ ਰੱਖ ਲਿਆ। ਮੈਂ ਤਾਂ ਮੰਨਦਾ ਜੇ ਗੀਤਾ ਦੇ ਅਰਥ ਕਰਾਉ। ਤੇ ਮਹਾਰਾਜ ਕਹਿਣ ਲੱਗੇ ਅਸੀਂ ਕੀਤੇ ਦਾ ਕਹੂਗਾ ਪੜ੍ਹ ਗਿਆ ਤੇ ਜਿਹਨੂੰ ਮਰਜ਼ੀ ਲੈ। ਉਹ ਫਿਰ ਛੱਜੂ ਝੀਰ ਨੂੰ ਲੈ। ਮਹਾਰਾਜ ਨੇ ਜਦੋਂ ਕਿਰਪਾ ਦ੍ਰਿਸ਼ਟੀ ਕੀਤੀ, ਉਹਦਾ ਅੰਦਰਲਾ ਕੁਆੜ ਖੁੱਲ੍ਹ ਗਿਆ ਤੇ ਆਪਣੀ ਕਿਰਪਾ ਨਾਲ ਸਿਰ ਦੇ ਉੱਤੇ ਆਪਣੀ ਛੜੀ ਰੱਖੀ ਤੇ ਜਿਹੜਾ ਉਹ ਅਰਥ ਕਰੇ ਉਹ ਸੁਣਾਈ ਜਾਣ। ਉਹਦਾ ਹੰਕਾਰ ਤੋੜਿਆ। ਪੰਜੋਖੜਾ ਸਾਹਿਬ ਮੂੰਹ ਪੂਛ ਰਿਹਾ ਸ਼ਾਸਤਰ ਖੱਟ ਪਿੰਗ ਗਿਰਨ ਚੜ੍ਹ ਜਾਏ। ਜਿਵੇਂ ਭਾਈ ਸੰਤੋਖ ਸਿੰਘ ਜੀ ਕੇ ਪਿੰਗਲ ਪਰਬਤ ਪਰ ਚੜ੍ਹਿਆ, ਗੁਰਾ ਹੋਏ ਬਾਚਾਲ, ਕਾਰ ਹੋਇਆ ਪਟ ਕਰੇ ਕਰੇ ਜੇ ਕਿਰਪਾ ਕਿਰਪਾਲ। ਅੰਦਲੇ ਤਿਰਪਣ ਸੂਝਿਆ ਗੁਰ ਭੇਟ ਪਨੀਤਾ। ਪਨੀਤਾ ਮੇਰੇ ਪੁੱਤਰ ਸਾਧੂਆਂ ਨੂੰ ਮਿਲਣ ਕਰਕੇ ਜਿਹੜਾ ਅੱਖਾਂ ਤੋਂ ਅੰਧਾ ਹੈ, ਉਹਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਜੋ ਹੁੰਦਾ ਤਿੰਨਾਂ ਲੋਕਾਂ ਸਾਰਾ ਨਜ਼ਰ ਆਉਣ ਲੱਗ ਜਾਂਦਾ। ਅੰਧ ਲਖੇ ਬਦਰੋ ਸੁਣੇ ਜੋ ਕਾਲ ਕਿਰਪਾ ਕਰਾਏ। ਅੰਧਲੇ ਜਿਹੜੇ ਗਿਆਨ ਬਰਾਗ ਰੂਪੀ ਅੱਖਾਂ ਤੋਂ ਰਹਿਤ ਅੰਧੇ ਪੁਰਖ ਨੂੰ ਤਿੰਨਾਂ ਭਵਨਾਂ ਦੀ ਅੰਤਰਜਾਮਤਾ ਸੋਝ ਆਉਂਦੀ ਹੈ। ਤਿੰਨੇ ਭਵਨਾਂ ਨੂੰ ਮਿਥਿਆ ਰੂਪ ਜਾਣਦੇ, ਤਿੰਨੇ ਭਵਨਾਂ 'ਚ ਬ੍ਰਹਮ ਰੂਪ ਸੋਝ ਆਉਂਦੇ ਹੈ, ਸਾਰਿਆਂ ਬ੍ਰਹਮ ਰੂਪ ਦੇਖਦੇ ਹਨ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮਿੱਤਰ। ਇਹ ਮੇਰੇ ਮਿੱਤਰਾ, ਸਾਧੂਆਂ ਦੇ ਸੰਗ ਦੀ ਮਹਿਮਾ ਸੁਣੋ। ਜਿਵੇਂ ਸੁਖ ਰਾਜੇ ਹਰੀ ਚੰਦ ਕਰ ਨਾਰ ਸੁਤਾਰਾਂ ਲੋਚਨ ਗਾਣੇ। ਸਾਧ ਸੰਗਤ ਮਿਲ ਗਾਉਂਦੇ ਰਾਤੀ ਜਾਏ ਸੁਣੇ ਗੁਰੂ ਬਾਣੀ। ਭਾਈ ਗੁਰਦਾਸ ਨੇ ਕਿਹਾ ਨਾ, ਰਾਜਾ ਉਹਦੀ ਖੜਾਮ ਚੁੱਕ ਲਿਆ ਸੀ, ਜਿਹੜੇ ਦੇਖਿਆ ਦੇ ਇੱਕ ਪੈਰ ਹਨ। ਅਰਦਾਸ ਕੀਤੀ ਜੋੜੀ ਜੋੜੀ ਖੜਾਵਾਂ ਪੁਰਾਣੇ, ਤੇ ਰਾਜਾ ਵੀ ਸ਼ਰਧਾਲੂ ਹੋ ਗਿਆ ਸੀ। ਮੈਲ ਖੋਈ ਕੋਟਾ ਘਰੇ ਨਿਰਮਲ ਪੈ ਚੀਤਾ ਰਹੋ। ਸਾਧੂਆਂ ਦੀ ਸੰਗਤ ਕਰਕੇ ਰਾਗ ਦੁਆਸ਼ ਰੂਪੀ ਮੈਲ ਖੋਈ ਨਾਸ ਹੋ ਜਾਂਦੀ ਹੈ। ਕਰੋੜਾਂ ਘਰੇ ਪਾਪ ਦੂਰ ਹੋ ਜਾਂਦੇ ਹਨ। ਮਨ ਬੁੱਧ ਚਿੱਤ ਜਿਹੜੇ ਨਿਰਮਲ ਹੋ ਜਾਂਦੇ, ਹੰਕਾਰ ਆਦਿਕ ਦੂਰ ਹੋ ਜਾਂਦੇ ਹਨ। ਰਹਾਓ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਗੋਬਿੰਦ ਪਰਮਾਤਮਾ ਦੀ ਕਹਿੰਦੇ ਐਸੀ ਭਗਤੀ ਹੈ ਜਿਹਦੀ ਸ਼ਕਤੀ ਨਾਲ ਪੂਰਾ ਕੀਟ ਕੀੜੀ ਨੇ ਹਾਥੀ ਨੂੰ ਜਿੱਤ ਲਿਆ। ਭਾਵ ਕਿ ਜਿਹੜੇ ਗਰੀਬ ਆ ਉਹਨਾਂ ਨੇ ਵੱਡਿਆਂ ਵੱਡਿਆਂ ਨੂੰ ਜਿੱਤ ਲਿਆ। ਬ੍ਰਹਮਕਾਰ ਰੂਪੀ ਵਿਅਕਤੀ ਜਿਹੜੀ ਰੂਪੀ ਕੀੜੀ ਹੈ ਨਾ, ਹਸਤੀ ਹੰਕਾਰ ਰੂਪੀ ਹਾਥੀ ਨੂੰ ਜਿੱਤ ਲਿਆ। ਵਿਚਾਰ ਰੂਪੀ ਕੀੜੀ ਨੇ ਮਨ ਰੂਪੀ ਹਾਥੀ ਨੂੰ ਜਿੱਤ ਲਿਆ। ਜਿਸ ਨੂੰ ਪਰਮਾਤਮਾ ਨੇ ਆਪਣਾ ਦਾਸ ਬਣਾ ਲਿਆ, ਉਹਨੂੰ ਫਿਰ ਮਹਾਰਾਜ ਅਭੈ ਦਾਨ ਦੇ ਦਿੰਦੇ ਹਨ। ਜੋ ਜੋ ਕਿਨੂੰ ਆਪਣੋਂ ਤੇ ਅਭੈ ਦਾਨ ਦਿੱਤਾ। ਜਿਹਨੂੰ ਆਪਣੇ ਬਣਾ ਲਿਆ ਉਹਨੂੰ ਨਿਰਭੈਤਾ ਦਾ ਦਾਨ ਦੇ ਦਿੰਦੇ ਹਨ। ਉਹਨਾਂ ਦੇ ਮਨ 'ਚ ਕੋਈ ਭੈ ਨਹੀਂ ਰਹਿੰਦਾ, ਸੂਰਵੀਰ ਬਹਾਦਰ ਬਣ ਜਾਂਦੇ ਹਨ। ਸਿੰਘ ਬਿਲਾਈ ਹੋਏ ਉਤਰਨ ਮੇਰ ਦੀ ਕੀਤੀ।
ਪ੍ਰਤੱਖ ਸਿੰਘ ਜਿਹੜਾ ਸ਼ੇਰ ਦੀ ਬੁਲਾਈ ਬਿੱਲੀ ਵਾਂਗ ਹੋ ਗਿਆ, ਤ੍ਰਿਣ ਘਾਹ ਸਮੇਤ ਪਰਬਤ ਵਾਂਗ ਨਜ਼ਰ ਆਉਣ ਲੱਗ ਪਿਆ। ਇਸ ਤਰ੍ਹਾਂ ਸਿੰਘ ਸ਼ੇਰ ਜਿਹੜਾ ਹੰਕਾਰੀ ਪੁਰਸ਼ ਬਿੱਲੀ ਦੀ ਤਰ੍ਹਾਂ ਨਿਮਰਤਾ ਵਾਲਾ ਹੋ ਗਿਆ। ਤ੍ਰਿਣ ਕੱਖ ਦੇ ਵਾਂਗ ਜਿਹੜਾ ਗਰੀਬ ਪੁਰਖ ਸੀ ਸਮੇਰ ਪਰਬਤ ਵਾਂਗ ਵੱਡਾ ਮਹਾਨ ਧਨਾੜ ਬਣ ਗਿਆ। ਤ੍ਰਿਣ ਕੱਖ ਦੀ ਤਰ੍ਹਾਂ ਜਿਹੜਾ ਛੋਟਾ ਕਰਤਾ ਭੁਗਤਾ ਆਪਣੇ ਉਹਨੂੰ ਮੰਨੀ ਬੈਠਾ ਸੀ ਨਾ, ਉਹ ਸਮੇਰ ਪਰ ਉੱਚਾ ਬ੍ਰਹਮ ਸਰੂਪ ਬਣ ਗਿਆ। ਸ਼ਰਮ ਕਰਤੇ ਦਾ ਮਾਢ ਕੋ ਤੇ ਗਣਿਤ ਨੀਤਾਂ, ਜਿਹੜੇ ਆਡ ਦਮ ਅੱਧੀ ਦਮੜੀ ਵਾਸਤੇ ਕਈ ਤਰ੍ਹਾਂ ਦੇ ਸ਼ਰਮ ਕਸ਼ਟ ਸਹਾਰਦੇ ਸੀ ਨਾ ਤੇ ਗਣਿਤ ਨੀਤਾਂ, ਉਹ ਬੜੇ ਬੜੇ ਧਨਾਡਾਂ ਵਿੱਚ ਗਿਣੇ ਗਏ। ਜਿਵੇਂ ਭਗਤ ਨਾਮਦੇਵ ਕਹਿੰਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲਿਖਣਾ, ਆੜ ਨਾਮ ਕੋਸ਼ੀ ਪ੍ਰੋ ਹੋਇਓ ਲਾਖੀ ਨਾ ਰਹੋ। ਤੇ ਹੁਣ ਜਿਹੜੇ ਲੱਖਾਂ ਪਤੀ ਉਹ ਮੈਨੂੰ ਨਮਸਕਾਰਾਂ ਕਰਦੇ, ਬ੍ਰਹਮ ਦੀ ਲਖਤ ਵਾਲਾ ਬਣ ਗਿਆ ਹੁਣ। ਕਵਨ ਵਡਾਈ ਕਹਿ ਸਕੋ ਬੇਅੰਤ ਗੁਣੀਤਾ, ਕਹਿੰਦੇ ਮਹਾਤਮਾ ਸਾਧੂਆਂ ਦੇ ਬੇਅੰਤ ਗੁਣੀਤਾ ਗੁਣ ਆ, ਉਹਨਾਂ ਦੀ ਉਪਮਾ ਵਡਿਆਈ ਮੈਂ ਕਿਵੇਂ ਕਹਿ ਸਕਦਾ ਹਾਂ। ਕਰ ਕਿਰਪਾ ਮੋਹਿ ਨਾਮ ਦਿਓ ਨਾਨਕ ਦਰ ਸਰੀਤਾ, ਪਾਤਸ਼ਾਹ ਕਿਰਪਾ ਕਰਕੇ ਮੈਨੂੰ ਨਾਮ ਦਾ ਦਾਨ ਦਿਓ, ਮੈਂ ਆਪ ਜੀ ਦੇ ਦਰ ਦਾ ਸਰੀਤਾ ਮੰਗਤਾ ਦਾਸ ਹਾਂ। ਸ਼ੁਭ ਗੁਣਾਂ ਤੋਂ ਸਰੀਤਾ ਮੈਂ ਖਾਲੀ ਹਾਂ, ਕਿਰਪਾ ਕਰਕੇ ਮੈਨੂੰ ਨਾਮ ਦਾ ਗਿਆਨ ਦਿਓ, ਆਪਣੀ ਸਿੱਖੀ ਬਖਸ਼ੋ। ਕਿਉਂਕਿ ਮਹਾਰਾਜ ਦਸਮ ਪਾਤਸ਼ਾਹ ਨੇ ਇਹ 5 ਤਰ੍ਹਾਂ ਦੀ ਸਿੱਖੀ ਦੱਸੀ ਹੈ। ਇੱਕ ਤਾਂ ਧੰਦੇ ਦੀ ਹੈ, ਕਿਸੇ ਧੰਦੇ ਵਾਸਤੇ ਮਤਲਬ ਵਾਸਤੇ ਸਿੱਖ ਬਣਨਾ। ਦੂਜੀ ਦੇਖਾ ਦੇਖੀ ਹੈ ਕਿ ਹੋਰ ਅੰਗਾਂ ਸਾਕਾਂ ਨੂੰ ਦੇਖਿਆ, ਉਹਨੇ ਅੰਮ੍ਰਿਤ ਛਕ ਲਿਆ, ਦੇਖ ਕੇ ਛਕਦਾ ਅੰਦਰ ਭਾਵਨਾ ਨਹੀਂ। ਤੀਜੀ ਹਿਰਸ ਦੀ, ਕਿਸੇ ਲਾਲਚ ਵਾਸਤੇ ਕਿ ਚਲੋ ਸਾਡਾ ਆਹ ਕੰਮ ਪੂਰਾ ਹੋ ਜਾਊ, ਦੋ ਲਾਲਚ ਦੀ। ਸਿਦਕ ਦੀ ਹੈ, ਹਾਂਜੀ, ਗੁਰੂ ਤੇ ਪੂਰੀ ਸ਼ਰਧਾ ਰੱਖ ਕੇ ਸਿੱਖ ਬਣਨਾ, ਭਾਵਨਾ ਦੀ। ਦੂਜੇ ਸਿੱਖਾਂ ਨਾਲ ਪਿਆਰ, ਸਤਿਗੁਰੂ ਪ੍ਰੇਮ ਨਾਲ ਹਿਰਦੇ ਚੇਤੇ ਰੱਖਣਾ, ਇਹ ਰੱਖਣਾ। ਤੇ ਇੱਕ ਪਾਠ ਕੀਰਤਨ ਦਾ ਵੀ ਮਹਾਰਾਜ ਨੇ ਦੱਸਿਆ ਕਿ ਇੱਕ ਤਾਂ ਸ਼ੁੱਧ ਬਾਣੀ ਪੜ੍ਹਨੀ, ਜਿਵੇਂ ਉਹ ਕਰਤੇ ਕੀਮਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ, ਉਹ ਕੇ ਪੜ੍ਹਦਾ ਸੀ। ਤੇ ਮਹਾਰਾਜ ਕਹਿੰਦੇ ਜੇ ਗੁਰੂ ਜਾਣਦਾ ਨਹੀਂ ਤਾਂ ਸਿੱਖ ਨੂੰ ਜਣਾਊਗਾ ਕੀ। ਤੇ ਮਹਾਰਾਜ ਨੇ ਕਿਹਾ ਬਾਣੀ ਜਿਹੜੀ ਹੈ ਸ਼ੁੱਧ ਪੜ੍ਹਨੀ। ਅੱਜ ਕੱਲ੍ਹ ਹੁਣ ਅਸੀਂ ਸਹਿਜ ਪਾਠ ਕਰਦੇ ਹਾਂ, ਸੰਥਿਆ ਕਰਦੇ ਨੇ, ਸੰਥਿਆ ਕਰਕੇ ਸ਼ੁੱਧ ਕਰਨਾ ਚਾਹੀਦਾ। ਇੱਕ ਦਿਨ ਮਹਾਰਾਜ ਇਹ ਸੀ ਨਾ, ਉਹ ਸਿੱਖ ਕਹਿੰਦਾ ਮੈਂ ਸੁਖਮਣੀ ਪੜ੍ਹਦਾ ਸੀ, 2 ਅਸ਼ਟਪਦੀਆਂ ਰਹਿ ਗਈਆਂ ਸੀ, ਤੇ ਰਾਗੀਆਂ ਨੇ ਆ ਕੇ ਰਾਗ ਸ਼ੁਰੂ ਕਰ ਦਿੱਤਾ। ਮੈਂ ਬੜੀਆਂ ਮਿਹਨਤਾਂ ਤਰਲੇ ਰਹਿ ਵੀ ਮੈਨੂੰ ਸੁਖਮਣੀ ਪੂਰਾ ਪੜ੍ਹ ਲੈਂਦੇ, ਉਹ ਰਾਗੀਆਂ ਨੇ ਮੰਨਿਆ। ਇਹਨਾਂ ਨੂੰ ਤਨਖਾਹ ਲਾਉਣੀ ਚਾਹੀਦੀ, ਤਨਖਾਹੀ ਹੈ। ਮਹਾਰਾਜ ਕਹਿੰਦੇ ਤੂੰ ਹੌਲੀ ਹੌਲੀ ਪਾਠ ਕਰਕੇ ਸੰਗਤ ਨੂੰ ਜਿਵੇਂ ਭੁੱਜੇ ਦਾਣੇ ਹੁੰਦੇ ਨੇ ਉਹ ਛਕਾ ਰਿਹਾ ਸੀ, ਉਹਨਾਂ ਥੋੜ੍ਹੀ ਤ੍ਰਿਪਤੀ ਹੁੰਦੀ। ਕਹਿੰਦੇ ਰਾਗੀਆਂ ਨੇ ਫਿਰ ਗੱਜ ਵੱਜ ਕੇ ਜਿਵੇਂ ਮੀਂਹ ਵਰਦਾ ਸਾਰਿਆਂ ਦੀ ਤ੍ਰਿਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਉਹਨੇ ਕੀਰਤਨ ਸ਼ੁਰੂ ਕੀਤਾ। ਇਹਦਾ ਮਤਲਬ ਇਹ ਨਹੀਂ ਬਾਣੀ ਪੜ੍ਹਦੇ ਵਿੱਚ ਕਰਨਾ ਠੀਕ ਆ, ਦੱਸਿਆ ਹੈ ਕਿ ਬਾਣੀ ਦੇ ਪਾਠ ਦਾ ਫਲ ਵੀ ਹੈ ਅਤੇ ਕੀਰਤਨ ਦਾ ਵੀ। ਕਾਲਜੂ ਕਹਿੰਦੇ ਕੀਰਤਨ ਜਿਹੜਾ ਇਹ ਜੀਵ ਦੀ ਕਲਿਆਣ ਕਰਨ ਵਾਲਾ, ਜਿਹੜੇ ਸੁੱਧ ਮਨ ਕੀਰਤਨ ਕਰਦੇ ਸੁਣਦੇ ਆ, ਬਾਣੀ ਦਾ ਜਨਮ ਕੱਟਿਆ ਜਾਂਦਾ। ਜਿਹੜੀ ਗੁਰੂ ਦੇ ਸ਼ਬਦ ਦੀ ਵਿਆਖਿਆ ਕਥਾ ਕਰਨ ਵਾਲਾ, ਉਹ ਤਾਂ ਫਿਰ ਸੰਗਤ ਨੂੰ ਕੜਾਹ ਪੂਰੀਆਂ ਛਕਾਉਂਦਾ। ਉਹ ਭਗਤਾਂ ਵੀ ਸਰੋਤੇ ਜਿਹੜੇ ਆ ਸ਼ੁਭ ਗਤੀ ਨੂੰ ਪ੍ਰਾਪਤ ਹੋ ਜਾਂਦੇ ਹਨ। ਤੇ ਜਿਵੇਂ ਹੁਣ ਖੂਹ ਚੋਂ ਡੋਲਣਾ ਪਾਣੀ ਕੱਢ ਕੇ ਪਿਲਾਓ, ਕਿੰਨਿਆਂ ਕੁ ਨੂੰ ਪਾਠ ਤਾਂ ਇੰਨੇ ਤੇ ਕੀਰਤਨ ਹੈ ਜਿਵੇਂ ਜ਼ੋਰ ਦਾ ਸਰਾਟਾ ਪਿਓ, ਕਥਾ ਜਿਵੇਂ ਮਿੰਨੀ ਮਿੰਨੀ ਝਣੀ ਪਿੱਛੇ ਚੜੀ ਹੁੰਦੀ, ਰਚ ਜਾਂਦਾ ਪਾਣੀ। ਇਹ ਬਾਣੀ ਪਾਠ ਕੀਰਤਨ ਦਾ ਮਹਾਤਮ ਬਹੁਤ ਵੱਡਾ ਹੈ। ਇਸ ਤਰ੍ਹਾਂ ਇਹ ਮਹਾਰਾਜ ਨੇ ਦੱਸਿਆ ਵੀ ਜਿਹੜਾ ਅੰਮ੍ਰਿਤ ਛਕਣਾ ਇਹਦੀ ਬੜੀ ਮਹਾਨਤਾ। ਇਹਦੇ 'ਚ ਮੰਤਰ ਜੰਤਰ ਤੰਤਰ ਇਹ ਆਮ ਸਿੱਧੀ ਲਈ ਦੱਸਦੇ ਹਨ। ਜਿਹੜਾ ਵਾਹਿਗੁਰੂ ਮੰਤਰ ਹੈ ਇਹ 4 ਵਾਰਾਂ ਨੂੰ ਇੱਕ ਕਰਨ ਵਾਲਾ, ਇਹਨਾਂ ਕਾਰਜ ਸਿੱਧ ਹੋ ਜਾਂਦੇ। ਜਿਹੜਾ ਲੋਹੇ ਦਾ ਖੰਡਾ
ਜਲ ਮਿਸ਼ਟਾਨ ਨਾਲ ਤਿਆਰ ਕੀਤਾ ਅੰਮ੍ਰਿਤ ਇੱਕ ਵੱਡਾ ਤੰਤਰ ਹੈ। ਅੰਮ੍ਰਿਤ ਛਕਣ ਵਾਲਾ ਇਹ ਬੜਾ ਬਲਵਾਨ ਹੋ ਜਾਂਦਾ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਇਹ ਮਰਜ਼ਾਦਾ ਸੀ, ਜਲ ਤੇ ਜਪਜੀ ਸਾਹਿਬ ਪੜ੍ਹ ਕੇ 5 ਪਤਾਸੇ ਪਾ ਕੇ ਇਹ ਚਰਨ ਕਾਲ ਦਿੰਦੇ ਸੀ ਤੇ ਉਹ ਫਿਰ ਗੁਰੂ ਮੰਤਰ ਪੜ੍ਹ ਕੇ ਪੜਾ ਦਿੰਦੇ ਸੀ, ਭਜਨ ਕਰਨ ਦਾ ਉਪਦੇਸ਼ ਦੇਣਾ। ਤੇ ਇਹ ਮੰਤਰ ਦੇ ਬਲ ਸਤੋ ਗੁਣੀ ਇਹ ਕਿਰਨਾਮਤ ਬਣਦਾ ਸੀ। ਪਰ ਮਾਰਨ ਜਲ ਤੇ ਮਿਸ਼ਟਾਨ ਲੋਹੇ ਦੇ ਵਾਟੇ ਪਾ ਕੇ ਲੋਹੇ ਦਾ ਖੰਡਾ ਵਿੱਚ ਫੇਰ ਕੇ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ। ਇਹ ਤੰਤਰ ਹੈ। ਜਦੋਂ ਬਿਜਲੀ ਵਾਂਗੂ ਨਾ ਐਸੀ ਸ਼ਕਤੀ ਪੈਦਾ ਹੋ ਜਾਂਦੀ ਹੈ ਅੰਮ੍ਰਿਤ ਛਕਣ ਵਾਲੇ ਅੰਦਰ, ਫਿਰ ਵੀਰ ਰਸ ਧਰਮ ਦੀ ਦ੍ਰਿੜਤਾ ਪ੍ਰਪੱਕਤਾ ਹੋ ਜਾਂਦੀ ਹੈ। ਅੰਮ੍ਰਿਤ ਤਿਆਰ ਕਰਨ ਵਾਲੇ ਗੁਰਬਾਣੀ ਦਾ ਪਾਠ ਜਿਹੜੇ ਸਿੰਘ 5 ਪਿਆਰੇ ਇਕਾਗਰ ਹੋ ਕੇ ਕਰਦੇ ਆ, ਉਹ ਮੰਤਰ ਹੈ। 5 ਕੱਕੇ ਜਿਹੜੇ ਧਾਰਨ ਕਰਾਏ ਜਾਂਦੇ ਆ, ਇਹ ਜੰਤਰ ਹੈ। ਇਹਨਾਂ ਤਿੰਨਾਂ ਦਾ ਤੰਤਰ ਮੰਤਰ ਜਾਂ ਇਕੱਠੇ ਨਾਲ ਤਿਰਗੁਣੀ ਤੇ ਬਲਵਾਨ ਮਹਾਨ ਸ਼ਕਤੀ ਪੈਦਾ ਹੋ ਜਾਂਦੀ ਹੈ। ਇਸ ਵਾਸਤੇ ਜਿਹੜਾ ਖੰਡੇ ਦਾ ਅੰਮ੍ਰਿਤ ਹੈ ਇਹ ਮਹਾਨ ਸ਼ਕਤੀ ਰੱਖਦਾ ਹੈ। ਇਸ ਤਰ੍ਹਾਂ ਹੀ ਫਿਰ ਹੁਕਮ ਮੰਨਣ ਜਿਹੜਾ ਇਹ ਵੀ ਬੜਾ ਵਿਸ਼ੇਸ਼ ਹੈਗਾ। ਤੇ ਜਿਵੇਂ ਭਾਈ ਰਾਮ ਕੌਰ ਮਹਾਰਾਜ ਤੋਂ 6 ਸਾਲ ਛੋਟੇ ਸੀ ਤੇ ਇਸ ਵੇ ਇਤਿਹਾਸ ਲਗਾਉਣ ਦੱਸਿਆ ਗੁਰੂ ਨੂੰ ਕੋਈ ਬਚਨ ਕੀਤਾ, ਬਾਬੇ ਬੁੱਢੇ ਵਾਂਸ ਤੇਰੀ ਉਮਰ ਬੜੀ ਹੋਏਗੀ, ਤੇਰਾ ਘਰ ਜਦੋਂ ਪਾਰ ਪਰਲੋਕ ਸੀ ਉਦੋਂ ਸਾਡਾ ਔਰਾਰ ਮਾਤਲੋਕ ਸੀ, ਜਦੋਂ ਸਾਡਾ ਪਰਲੋਕ ਤੇਰਾ ਘਰ ਮਾਤਲੋਕ ਚ ਹੋਇਆ। ਇਹ ਬਾ ਕਰਕੇ ਮਹਾਰਾਜ ਨੇ ਘਟਾਲ ਤੇ ਤਲਵਾਰ ਉਹਨੂੰ ਬਖਸ਼ੀ ਸੀ। ਤੇ ਹੁਕਮ ਮੰਨਣ ਵਾਲੇ ਨੂੰ ਵੀ ਇੱਕ ਵਾਰੀ ਕਿਹਾ ਸੀ, ਮਹਾਰਾਜ ਦੁਆਨ ਜਾ ਰਿਹਾ ਸੀ, ਇੱਕ ਸਿੱਖ ਕੰਧ ਲਿਪਦਾ ਸੀ। ਉਹ ਕੰਧ ਜਿਹੜੇ ਥੋਬਾ ਜਿਹਾ ਮਾਰਿਆ ਨਾ, ਮਹਾਰਾਜ ਦੇ ਚੋਲੇ ਤੇ ਸਿਕੜੀਆਂ ਛਿੱਟਾਂ ਪਈਆਂ। ਮਹਾਰਾਜ ਕਹਿੰਦੇ ਵੀ ਦੇਖੋ ਇਹਨ ਦੇਖਿਆ ਹੀ ਨਹੀਂ ਹੈ ਵੀ ਇਹਦੇ ਇੱਕ ਥੱਪੜ ਮਾਰੋ। ਉਹ ਸਿੱਖ ਜੂੰ ਦੌੜੇ, ਸਾਰਿਆਂ ਨੇ ਇੱਕ ਇੱਕ ਥੱਪੜ ਮਾਰਤਾ। ਮਹਾਰਾਜ ਕਹਿੰਦੇ ਵੀ ਅਸੀਂ ਤਾਂ ਕਿਹਾ ਸੀ ਇੱਕ ਨੂੰ, ਤੁਸੀਂ ਸਾਰਿਆਂ ਨੇ ਗਰੀਬ ਦੇ ਵਿਚਾਰੇ ਥੱਪੜ ਮਾਰਨ ਵਾਲੇ ਨੂੰ ਬੋਝ ਕਰਤਾ। ਕਹਿੰਦੇ ਜੀ ਤੁਹਾਡਾ ਹੁਕਮ ਮੰਨੋ। ਮਹਾਰਾਜ ਕਹਿੰਦੇ ਜੇ ਸਾਡਾ ਹੁਕਮ ਮੰਨਦੇ ਨਾ ਕੋਈ ਸਿੱਖ ਨੂੰ ਆਪਣੀ ਲੜਕੀ ਦਾ ਰਿਸ਼ਤਾ ਦਿਓ। ਸਾਰੇ ਚੁੱਪ ਹੋ ਗਏ। ਮਹਾਰਾਜ ਕਹਿੰਦੇ ਹੁਕਮ ਮੰਨਣਾ ਤਾਂ ਹੀ ਯਥਾਰਥ ਹੈ ਜੇ ਸਾਰੇ ਹੁਕਮ ਮੰਨੇ ਜਾਣ, ਲੇਕਿਨ ਸਿੱਖੀ ਦੂਰ ਹੈ। ਸੌਖਾ ਜਿਹੜਾ ਆਪਣੇ ਮਨ ਨੂੰ ਲੱਗਦਾ ਉਹ ਤਾਂ ਮੰਨ ਲੈਂਦੇ ਆ, ਔਖੇ ਵੇਲੇ ਚੁੱਪ ਹੋ ਜਾਂਦੇ। ਇਹ ਫਿਰ ਬਚਨ ਸੁਣ ਕੇ ਕੰਧਾਰ ਦਾ ਇੱਕ ਸਿੱਖ ਸੀ ਅਜਾਇਬ ਸਿੰਘ, ਉਹਨ ਆਪਣੀ ਲੜਕੀ ਦਾ ਡੋਲਾ ਲੇਪਣੇ ਸਿੱਖ ਨੂੰ ਦਿੱਤਾ। ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਵਾਸਤੇ ਕਿ ਮਹਾਰਾਜ ਨੇ ਕਿਹਾ ਜਿਹੜਾ ਗੁਰੂ ਕਾ ਲੰਗਰ ਹੈ ਨਾ ਇਹ ਵਾਹਿਗੁਰੂ ਦੇ ਗਿਆ। ਜਿਹੜਾ ਸ਼ਰਧਾ ਨਾਲ ਛਕਦਾ ਸਿੱਖ ਹੈ, ਜਿਹੜਾ ਨਹੀਂ ਸ਼ਰਧਾ ਨੂੰ ਸਿੱਖ। ਧਿਆਨ ਰੱਖਣਾ ਜਿਹੜੀ ਰਹਿਤ ਦੱਸੀ ਹੈ ਉਹਦੇ ਮੁਤਾਬਕ ਰਹਿਤ ਧਾਰ ਕੇ ਪ੍ਰਸ਼ਾਦ ਤਿਆਰ ਕਰੋ। ਅਰਦਾਸ ਕਰਕੇ ਫਿਰ ਪਰਮ ਤਿਆਗ ਕੇ ਸ੍ਰੀ ਸਾਹਿਬ ਭੇਟ ਕਰਕੇ ਤਬ ਪ੍ਰਸਾਦ ਕਹਿ ਕੇ ਪ੍ਰਸ਼ਾਦ ਛਕੋ। ਤ੍ਰਿਪਤ ਹੋ ਕੇ ਹੱਥ ਮੂੰਹ ਸਾਫ਼ ਕਰੇ, ਚੋਲੇ ਦਾ ਅਰਦਾਸਾ ਕਰੋ। ਸਿੱਖ ਦੀ ਸੇਵਾ ਸਿੱਖ ਕਰੇ, ਸਿੱਖ ਨੂੰ ਪੰਗ ਚੋਂ ਨਾ ਉਠਾਏ। ਜਿਹੜਾ ਗੁਰ ਪੇਟ ਭਰ ਖਾ ਲੈ ਫਿਰ ਲੋਭ ਕਰੇ, ਉਹ ਸਿੱਖ ਦਾ ਮੰਦੀ ਨਜ਼ਰ ਰੱਖੇ, ਉਹ ਨਰਕ 'ਚ ਜਾਂਦਾ। ਇਸ ਵਾਸਤੇ ਮਹਾਰਾਜ ਦੇ ਐਸੇ ਉਪਦੇਸ਼ ਹੈਗੇ। ਇੱਕ ਵਾਰੀ ਕੋਈ ਸਿੱਖ ਆਇਆ, ਕਹਿੰਦਾ ਮਹਾਰਾਜ ਮੈਂ ਉਹਨੂੰ ਪੜ੍ਹਿਆ, ਕਿਰਪਾ ਮੇਰਾ ਜਨਮ ਮਨ ਕੱਟਿਆ ਜਾਏ। ਕਹਿੰਦੇ ਸਿੱਖਾ ਵੀ ਤੁਹਾਨੂੰ ਇਨਸਾਨ ਦੁੱਖਾਂ ਦਾ ਘਰ ਸਮਝ ਲਿਆ, ਤੂੰ ਪੜ੍ਹਿਆ ਕਰ ਪੜ੍ਹਨ 'ਚ ਅਨੇਕ ਹੋਣੇ। ਕਿਉਂ ਨ ਪੜ੍ਹਿਆ ਪੁਰਸ਼ਾਂ ਦੇ ਹਿਰਦੇ ਦਾ ਉਹਨਾਂ ਹੁੰਦਾ, ਗੁਰੂ ਪੜ੍ਹ ਕੇ ਗੁਰਮਤ ਗ੍ਰਹਿਣ ਕਰਨਾ ਤੇਰਾ ਬੇੜਾ ਪਾਰ ਹੋਣਾ। ਉਹ ਫਿਰ ਗ੍ਰੰਥੀ ਸਿੰਘ ਤੋਂ ਸੰਥਿਆ ਕਰਦਾ ਰਿਹਾ, ਗ੍ਰੰਥੀ ਪ੍ਰੇਮ ਨਾਲ ਪੜ੍ਹਾਉਂਦਾ ਰਿਹਾ। ਜਿਹੜੇ ਫਿਰ ਆਨੰਦ ਸਾਹਿਬ ਆਇਆ ਅਤੇ ਪੰਗਤੀ ਆਈ, ਆਨੰਦ ਪਿਆ ਮੇਰੀ ਮਾਸਾ ਤੂੰ ਮੈਂ ਪਾਇਆ। ਅੱਗੇ ਪੜ੍ਹਨ ਨਾ ਗਿਆ, ਗ੍ਰੰਥੀ ਨੇ ਕਿਹਾ ਮਹਾਰਾਜ ਆਉਂਦਾ ਨਹੀਂ। ਕਹਿੰਦੇ ਭਾਈ ਕੀ ਗੱਲ? ਕਹਿੰਦੇ ਜਾਂ ਹੁਣ ਤੁਹਾਨੂੰ ਪਾ ਲਿਆ, ਹੁਣ ਮੈਨੂੰ ਆਨੰਦ ਹੋ ਗਿਆ, ਆਤਮਾ ਗਿਆਨ ਦੀ ਪ੍ਰਾਪਤੀ ਹੋ ਗਈ। ਇਸ ਤਰ੍ਹਾਂ ਫਿਰ ਨਾਮ ਦੀ ਮਹਿਮਾ ਦੱਸੀ ਸੀ। ਕਹਿਣ ਲੱਗੇ ਭਾਈ ਕਬੀਰ
ਜਦੋਂ ਹੋਇਆ ਤਾਂ ਬਾਦਸ਼ਾਹ ਕੌਣ ਸੀ? ਕੋਈ ਹਮਾਜੂ ਕਹੀ ਜਾਏ, ਕੋਈ ਪਥੌਰਾ ਰਾਓ ਕਹੀ ਜਾਏ, ਕੋਈ ਹੋਰ ਦੱਸੀ ਜਾਏ। ਮਹਾਰਾਜ ਕਹਿੰਦੇ ਦੇਖੋ ਕਬੀਰ ਜਰਾਂ ਦੇ ਘਰ ਜੰਮਿਆ, ਉਹਦੀ ਇਸਤਰੀ ਲੋਈ ਸੀ, ਕਮਾਲਾ ਕਮਾਲੀ, ਉਹਨਾਂ ਦੇ ਬੱਚੇ ਬੱਚੇ ਸੀ। ਨਾਮ ਜਪਣ ਕਰਕੇ ਸਾਰੇ ਉਹਨੂੰ ਜਾਣਦੇ ਆ, ਬਾਦਸ਼ਾਹ ਨੂੰ ਕੋਈ ਨਹੀਂ ਜਾਣਦਾ। ਜਿਹੜੇ ਤੰਦਿਆਂ 'ਚ ਫਸ ਕੇ ਨਾਮ ਨਹੀਂ ਜਪਦੇ ਉਹਨਾਂ ਨੂੰ ਘਾਟਾ ਰਹਿੰਦਾ। ਇਸ ਕਰਕੇ ਦੇਖੋ ਸਿਕੰਦਰ ਲੋਧੀ ਨੇ ਕਾਜ਼ੀਆਂ ਮੌਲਵੀਆਂ ਦੇ ਕਹਿਆਂ ਕਬੀਰ ਦੀਆਂ ਮੁਸ਼ਕਾਂ ਮੰਨ ਕੇ ਹਾਥੀ ਮੋਰੇ ਸੁੱਟਿਆ ਸੀ। ਹਾਥੀ ਕਬੀਰ ਨੂੰ ਦੇਖ ਕੇ ਚੀਕਾਂ ਮਾਰ ਕੇ ਭੱਜ ਗਿਆ ਸੀ। ਕਬੀਰ ਨੂੰ ਜੰਜੀਰਾਂ ਮੰਨ ਕੇ ਨਦੀ ਸੁੱਟਿਆ, ਜੰਜੀਰਾਂ ਟੁੱਟ ਗਈਆਂ, ਕਬੀਰ ਮੇਰੀ ਛਾਲਾ ਚੌਂਕੜੀ ਮਾਰ ਕੇ ਬੈਠਾ ਸੀ। ਇਸ ਵਾਸਤੇ ਉੱਧਰ ਦੇਖੋ ਗਰੀਬ ਜਲਾਹਾ, ਉੱਧਰ ਮੁਲਕ ਦਾ ਬਾਦਸ਼ਾਹ। ਇਸ ਕਰਕੇ ਸਿੱਖੋ, ਸਿਮਰਨ ਕਰੋ, ਗੁਰੂ ਦੇ ਪਿਆਰੇ ਸਿੱਖ ਬਣੋ, ਨਾਮ ਚ ਲਿਵ ਲਾਓ, ਹੱਥਾਂ ਨਾਲ ਸਰੀਰ ਨਾਲ ਸੰਤਾਂ ਦੀ ਸੇਵਾ ਕਰੋ। ਇਹ ਮੇਰੇ ਪਿਆਰੇ ਸਿੱਖਿਆ ਉੱਚੀ ਕਰਨੀ ਹੈ, ਮਨ ਨੂੰ ਨਹੀਂ ਮਾਰਨਾ, ਸਰੀਰ ਦੀ ਅੰਗਤਾਂ ਨੂੰ ਤਿਆਗਣਾ। ਹਾਂਜੀ, ਪਰਮੇਸ਼ਰ ਵਿੱਚ ਵਿਸ਼ਵਾਸ ਦ੍ਰਿੜ ਕਰੋ। ਅਨੇਕਾਂ 'ਚ ਇੱਕ ਨੂੰ ਦੇਖਣ ਵਾਲਾ ਜਿਹੜਾ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ, ਇਹਦਾ ਬੁਰਾ ਨਾ ਸੋਚੋ, ਮਨ 'ਚ ਬਣਾ ਲਿਓ, ਸੁਪਨੇ 'ਚ ਵੀ ਬੁਰਾ ਨਾ ਸੋਚੋ। ਇਸ ਵਾਸਤੇ ਸਦਾ ਭਜਨ ਬਾਣੀ ਕਰੋ। ਹਰ ਕਈ ਹੈ ਮਹਾਰਾਜ ਨੂੰ ਵੀ ਛਾਲ ਕਰਦੇ, ਇਹ ਲੇਖੇ ਹੁਣ ਇੱਥੇ ਰੋਜ਼ ਜੰਗ ਜੋਧਿਆ। ਉਹ ਮਾਲਵੇ ਦੇ ਸਿੱਖਾਂ ਨੇ ਕੀਤਾ, ਇੱਕ ਸਿੱਖ ਨੂੰ ਮੰਜੇ ਤੇ ਪਾ ਲਿਆ ਤੇ ਮੋਰ ਦੇ ਫੰਗਾਂ ਦਾ ਚੌਰ ਜਿਹਨੇ ਚੌਰ ਲੱਗਾ ਗਨ ਫੁੱਲੀਆਂ ਸੁੱਟਣ ਲੱਗ ਪਏ। ਇਹ ਸਿੱਖ ਮਰ ਗਿਆ, ਰਾਮ ਰਾਮ ਸਾਥੀ। ਜਿਹੜੇ ਉਹ ਲੰਘਣ ਲੱਗੇ, ਮਹਾਰਾਜ ਕਹਿੰਦੇ ਵੇ ਲਿਆਓ ਮੈਨੂੰ। ਉਹ ਹੁਣ ਇਹ ਸਾਡਾ ਸਿੱਖ, ਮਹਾਰਾਜ ਕਹਿੰਦੇ ਸਾਡਾ ਵੀ ਤਾਂ ਸਿੱਖ ਸੀ ਨਾ। ਉਹ ਥੱਲੇ ਜਿਹੜੇ ਬਲਦੀ ਅਗਦਾ ਚੌਥਾ ਤੋਂ ਬੁੜ ਗਿਆ, ਬੜੇ ਸ਼ਰਮਿੰਦੇ ਹੋਏ। ਮਹਾਰਾਜ ਕਹਿੰਦੇ ਕਿਉਂ ਤਾਂ ਸਿੱਧਕੇ ਬਣਦੇ ਆ, ਸਿੱਧਕ ਰੱਖੋ ਗੁਰੂ ਤੋਂ, ਸਤਸੰਗ ਕਰਿਆ ਕਰੋ, ਨਾਮ ਸਿਮਰਿਆ ਕਰੋ। ਇਸ ਵਾਸਤੇ ਬਰਾਗੀ ਤੇ ਗ੍ਰਸਤੀ ਵਾਸਤੇ ਵੀ ਦੱਸਿਆ ਕਿ ਸੰਗਤਾਂ ਦੂਰੋਂ ਆਉਂਦੀਆਂ ਸੀ। ਇੱਕ ਲੜੇ ਨੂੰ ਘਰ ਤੋਂ ਅਰਦਾਸ ਕਿਉਂ, ਆਨੰਦ ਸਿੰਘ ਦਾ ਨਾਂ ਸੀ, ਕਹਿੰਦਾ ਆਨੰਦ ਸਿੰਘ ਪੜ੍ਹ ਕੇ ਮੈਨੂੰ ਬਰਾਗ ਹੋ ਗਿਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਇਹ ਦੇਗਾ, ਚੱਲੇ ਨਹੀਂ ਤੇਰਾ ਨਾਲੇ, ਸਾਥ ਤੇਰਾ ਚੱਲੇ ਨਹੀਂ ਤੇ ਇਸ ਨਾਲ ਕਿਉਂ ਚਤਲਾਈ ਹੈ। ਐਸਾ ਕਮੂਰੇ ਨਾ ਪਿੱਛੇ ਜੇ ਤੰਤ ਕੁਛ ਉਠਾਈ। ਮੈਂ ਹੁਣ ਜਾਣ ਲਿਆ ਸਾਰਾ ਸੁਬੰਧ ਝੂਠਾ ਹੀ ਹੈ। ਕਿਸੇ ਨੇ ਅੰਤ ਸਮੇਂ ਸਹਾਈ ਨਹੀਂ ਹੋਣਾ, ਕਿਸੇ ਨੇ ਮੋਹ ਮਮਤਾ ਨਹੀਂ ਵਧਾਉਣੀ, ਖਾਣਾ ਪੀਣਾ ਚੰਗਾ ਨਹੀਂ ਲੱਗਦਾ। ਤੇ ਮਹਾਰਾਜ ਕਹਿੰਦੇ ਬਰਾਗਤ ਬਰਾਗੀ ਗ੍ਰਸਤੀ ਇਹ ਧਰਮ ਦੱਸੇ, ਦੋਹਾਂ ਜਿਹੜਾ ਪੂਰਾ ਨਿਭਾਵੇ ਉਹੀ ਠੀਕ ਹੈ। ਔਰ ਗ੍ਰਸਤੀ ਦਾ ਧਰਮ ਆ ਘਰ ਆਏ ਤਿਥੀ ਨੂੰ ਪ੍ਰੇਮ ਨਾਲ ਭੋਜਨ ਵਿਸ਼ਰਾਮ ਦੇਵੇ, ਧਰਮ ਕਰਮ ਕਰੇ, ਧਰਮ ਦੀ ਕਮਾਈ। ਤੇ ਜੇ ਤੀ ਸੇਵਾ ਨਹੀਂ ਕਰ ਸਕਦੇ ਬਰਾਗ ਧਰਮ ਕਰੇ। ਬਰਾਗੀ ਦਾ ਧਰਮ ਕੀ ਹੈ? ਲੋਭ ਲਾਲਚ ਤ੍ਰਿਸ਼ਨਾ ਦਾ ਤਿਆਗ ਕਰੇ। ਕੋਈ ਵੀ ਸੰਸਾਰ ਚੀਜ਼ ਨੂੰ ਮਾਰਗ ਤੋਂ ਹਟਾ ਨਾ ਸਕੇ। ਬਰਾਗਦਾਰ ਕੇ ਸੰਸਾਰ ਧੰਦਾ ਲੱਗਾ ਰਹਿੰਦਾ, ਉਹਦੇ ਆਰਾ ਘੁੰਮਦੇ ਭਾਗਾਂ ਨੂੰ ਦੋਹਾਂ ਪ੍ਰਤੀ ਕਬੀਰ ਨੇ ਦੱਸਿਆ। ਕਬੀਰ ਜੋ ਅਗਰੇ ਹੋ ਕਰ ਹੈ ਤਾਂ ਧਰਮ ਕਰ, ਨਹੀਂ ਤਾਂ ਕਰ ਵੈਰਾਗ। ਵੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਭਾਗ। ਕਬੀਰ ਭਾਗ ਜੀ ਵੱਡੇ ਭਗਤ ਹੋਏ, ਗ੍ਰਿਤ ਮਾਰ ਰਹਿ ਕੇ ਤੇ ਬਰਾਗ ਵੀ ਚੋਟੀ ਦਾ ਦੱਸਿਆ। ਤੇ ਆਨੰਦ ਸਿੰਘ ਨੂੰ ਹੱਥ ਜੋੜ, ਮਹਾਰਾਜ ਤੁਹਾਡਾ ਵਚਨ ਮੈਂ ਸਮਝ ਲਿਆ। ਤੇ ਫਿਰ ਗ੍ਰਸਤੀ ਜੀਵਨ ਸ਼ੁਰੂ ਹੋ ਗਿਆ। ਤੇ ਸੰਗਤ ਦੀ ਸੇਵਾ ਕਰਕੇ ਜੀਵਨ ਸਫਲ ਕਰ ਲਿਆ। ਇਸ ਵਾਸਤੇ ਕਿ ਮਹਾਰਾਜ ਸੱਚੇ ਪਾਤਸ਼ਾਹ ਬਿਆਨ ਤਰ੍ਹਾਂ ਦੇ ਪਤਾ ਕਰਕੇ ਗੁਰਸਿੱਖਾਂ ਨੂੰ ਸਮਝਾਇਆ ਕਰਦੇ ਸੀ ਕਿ ਇਹ ਜਿਹੜਾ ਮਨੁੱਖ ਜਨਮਿਆ ਇਹਨੂੰ ਸਫਲ ਕਰਨ ਲਈ ਭਜਨ ਬਾਣੀ ਕਰਿਆ ਕਰੋ, ਨਿਰਮਾਣ ਹੋ ਕੇ ਸੇਵਾ ਕਰਿਆ ਕਰੋ। ਜਿਵੇਂ ਭਾਈ ਜਗਾ ਸੀ, ਬੜੀ ਨਿਮਰਤਾ ਨਾਲ ਸੇਵਾ ਕਰਦਾ ਸੀ। ਉੱਥੇ ਦੂਜੇ ਈਰਖਾ ਕਰਨ ਤੇ ਇੱਕ ਦਿਨ ਮਹਾਰਾਜ ਨੂੰ ਕਿਹਾ, ਪਾਣੀ ਦਾ ਕੜਾਹ ਭਰਾ ਲਿਆ, ਵਿੱਚ ਪਤਾਸੇ ਵਿੱਚ ਪੱਥਰ ਪਾ ਤੇ ਕਹਿੰਦੇ ਕੱਢ ਕੇ ਲਿਆਓ। ਪਤਾਸੇ ਦਾ ਘੁਲ ਕੇ ਪਾਣੀ ਦਾ ਰੂਪ ਹੋ ਗਿਆ, ਪੱਥਰ ਪਿਆ। ਕਹਿੰਦੇ ਮਸੰਦੋ ਤੁਹਾਡੀ ਬਿਰਤੀ ਤਾਂ ਪੱਥਰਾਂ ਵਰਗੀ ਹੈ। ਭਾਈ ਜੱਗਾ ਜੀ ਜਿਹੜਾ ਜਿਵੇਂ ਪਤਾਸਾ ਕਰਕੇ ਪਾਣੀ ਦਾ ਰੂਪ ਹੋ ਗਿਆ,
ਇਹ ਸੇਵਾ ਕਰ ਕਰਕੇ ਸਾਡਾ ਹੀ ਰੂਪ ਬਣ ਗਿਆ। ਇਸ ਕਰਕੇ ਸੰਗਤ ਕਰਕੇ ਪਤਾ ਸਿੰਘ ਮਿੱਠਾ ਤੇ ਕੋਮਲ ਬਣ ਗਿਆ। ਮਨ ਚੋਂ ਈਰਖਾ ਬਕੇਲੀ ਦੁਆ ਛੱਡ ਦਿੱਤੀ, ਕਦੀ ਕਿਸੇ ਦਾ ਬੁਰਾ ਨਹੀਂ ਸੋਚਦਾ। ਤੇ ਬਾਕੀ ਜਿਹੜੇ ਮਨਮੁਖ ਡੱਡੂ ਵਾਂਗੂ ਉਹ ਪਾਣੀ 'ਚ ਹੀ ਰਹਿੰਦਾ, ਕਵਲ ਵੀ ਪਾਣੀ 'ਚ ਹੁੰਦਾ। ਡੱਡੂ ਜਿਹੜਾ ਉਹ ਜਾਲਾ ਖਾਂਦਾ ਔਰ ਇਹ ਕਵਲ ਤੋਂ ਲਾਭ ਲੈਂਦੇ। ਇਸ ਕਰਕੇ ਨਿਰਮਾਣ ਹੋ ਕੇ ਸੇਵਾ ਕਰੀਏ, ਉਹ ਫਿਰ ਥਾਂ ਪੈਂਦੀ ਹੈ। ਤੇ ਮਹਾਰਾਜ ਨੂੰ ਪੁੱਛਿਆ ਸੀ, ਮਹਾਰਾਜ ਜੀਵ ਦੀ ਗਤੀ ਅੰਤ ਸਮੇਂ ਕੀ ਹੁੰਦੀ ਹੈ? ਇੱਕ ਪੰਡਤ ਨੇ ਬੇਨਤੀ ਕੀਤੀ। ਮਹਾਰਾਜ ਕਹਿਣ ਲੱਗੇ ਸਾਰੇ ਆਪੋ ਵਿਚਾਰ ਦੱਸਦੇ। ਪਾਤਸ਼ਾਹ ਕਹਿੰਦੇ ਜਿਵੇਂ ਕਿਸੇ ਦੀ ਵਾਸ਼ਨਾ ਹੁੰਦੀ ਹੈ ਨਾ, ਉਸ ਤਰ੍ਹਾਂ ਹੀ ਮਨ ਦੇ ਤਰੰਗ ਹੁੰਦੇ। ਇਹਨਾਂ ਤਰੰਗਾਂ ਵਾਸ਼ਨਾ ਦਾ ਵਧਦਾ ਜੀ ਮਰਦਾ ਜੰਮਦਾ। ਇਹ ਤਰ੍ਹਾਂ ਖੂਹ ਡਿੰਡਾਂ ਰੱਸੇ ਨਾਲ ਬੱਧੀਆਂ, ਕਦੀ ਭਰੀਆਂ ਹੁੰਦੀਆਂ, ਕਦੀ ਖਾਲੀ ਹੋ ਜਾਂਦੀਆਂ, ਉੱਪਰ ਹੇਠਾਂ ਚੱਕਰ ਲਾਉਂਦੀਆਂ ਰਹਿੰਦੀਆਂ। ਜਿਹੜੀ ਰੱਸੇ ਨੂੰ ਟੁੱਟ ਜਾਂਦੀ ਹੈ ਉਹ ਆਉਣ ਜਾਣ ਦੀ ਗਿਰ ਤੋਂ ਟੁੱਟ ਜਾਂਦੀ ਹੈ। ਇਸ ਤਰ੍ਹਾਂ ਜੀਵਾਤਮਾ ਦੀ ਗਤੀ ਹੈ। ਜਦ ਤੱਕ ਇਹ ਵਾਸ਼ਨਾ ਦੀ ਰੱਸੀ ਨਾਲ ਬੱਧਾ ਹੋਇਆ, ਉਦੋਂ ਤੱਕ ਇਹ ਉੱਪਰ ਹੇਠਾਂ ਜੰਮਣ ਵਾਲੇ ਗੇੜੇ ਲਾਉਂਦਾ ਹੈ। ਜਦ ਵਾਸ਼ਨਾ ਦੀ ਰੱਸੀ ਟੁੱਟ ਜਾਏ, ਇਹਨਾਂ ਚੱਕਰਾਂ ਦੇ ਗੇੜ ਛੁੱਟ ਜਾਂਦਾ, ਉਹ ਆਪਣੇ ਸਵੈੰਗ ਸਰੂਪ ਵਿੱਚ ਲੀਨ ਹੋ ਜਾਂਦਾ। ਇਹ ਬਚਨ ਮਹਾਰਾਜ ਦੇ ਪਵਿੱਤਰ ਸੁਣ ਕੇ ਸਾਰੀਆਂ ਸੰਗਤਾਂ ਨੇ ਮਹਾਰਾਜ ਨੂੰ ਨਮਸਕਾਰ ਕੀਤੀ। ਫਿਰ ਮਹਾਰਾਜ ਨੂੰ ਗੁਣੀ ਪੁਰਸ਼ਾਂ ਨੇ ਬੇਨਤੀ ਕੀਤੀ, ਮਹਾਰਾਜ ਸ਼ਰਧਾ ਨਾਲ ਕਿ ਮੰਦਿਰਾਂ 'ਚ ਮੂਰਤੀ ਦੀ ਪੂਜਾ ਕਰਦੇ, ਇਹ ਚੰਗਾ ਹੈ ਜਾਂ ਨਾਮ ਜਪਣਾ? ਮਹਾਰਾਜ ਕਹਿੰਦੇ ਬਈ ਜਿਹੜਾ ਇਹ ਮੰਦਿਰਾਂ 'ਚ ਮੂਰਤੀ ਦੀ ਪੂਜਾ ਧਿਆਨ, ਇਹ ਤਾਮਸ਼ੀ ਹੈ, ਜੜ ਸ਼ਰਧਾ। ਜਿਹੜਾ ਪਰਮਾਤਮਾ ਦਾ ਸਿਮਰਨ, ਇਹ ਸਤਿਗੁਣੀ ਸ਼ਰਧਾ। ਇਹਦੇ ਨਾਲ ਸ੍ਰੇਸ਼ਟ ਸੁਖ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਵਾਰ ਕਹਿੰਦੇ ਹੈ ਗੁਣੀ ਜੀਵਨੋ, ਸਾਡਾ ਸਿਧਾਂਤ ਇਹ ਹੈ, ਔਰ ਧਿਆਨ ਸਹਿਤ ਹੋ ਕੇ ਸ਼ਰਧਾ ਨਾਲ ਭਜਨ ਕਰੇ, ਚੰਗੀ ਰਹਿਣੀ 'ਚ ਰਹੇ। ਕਲਯੁਗ ਪਰਮੇਸ਼ਰ ਨਾਮ ਜਪਣਾ ਸਾਰਿਆਂ ਨੂੰ ਵੱਡਾ ਕਰਮ ਹੈ। ਇਹੀ ਧਰਮ। ਸਵੇਰੇ ਉੱਠੋ, ਇਸ਼ਨਾਨ ਕਰੋ, ਪਰਮਾਤਮਾ ਸਿਮਰਨ ਕਰੋ, ਭੁੱਖ ਲੱਗੇ ਤਾਂ ਭੋਜਨ ਖਾਓ। ਘਰ ਦੇ ਰਿੱਧੇ ਹੋਏ ਪਦਾਰਥ ਨੂੰ ਅੰਮ੍ਰਿਤ ਵਾਂਗ ਜਾਣ ਕੇ ਖਾਓ। ਪਰਾਇਆ ਸ਼ਾਸਤਰ, ਪਰਾਇਆ ਘੋੜਾ, ਪਰਾਇਆ ਸਰੀਰ, ਪਰਾਇਆ ਧਨ, ਪਰਾਏ ਦੇਸ ਨੂੰ ਪ੍ਰੀਤੀ ਨਾ ਕਰੋ। ਧਰਤੀ ਗਊ ਲੜਕੀ ਵਿਦਿਆ, ਇਹ ਸ੍ਰੇਸ਼ਟ ਦਾਨ। ਅੰਨ ਦਾ ਦਾਨ ਮਹਾਰਾਜ ਕਹਿੰਦੇ ਸਾਰਿਆਂ ਨੂੰ ਵੱਡਾ ਆ। ਸਾਰੇ ਪਾਠਾਂ ਤੋਂ ਸ੍ਰੇਸ਼ਟ ਕੀ ਹੈ? ਪਾਠ, ਨਾਮ ਜਪਣਾ। ਸਾਰੀਆਂ ਜੂਨਾਂ 'ਚੋਂ ਮਨੁੱਖ ਜੂਨ ਸ੍ਰੇਸ਼ਟ ਹੈ, ਲੇਕਿਨ ਚੰਗੀ ਕਰਨੀ ਤੋਂ ਬਿਨਾਂ ਮਰਨਾ ਜੀਣਾ ਦੋਨੋਂ ਬੁਰੇ ਹੈ। ਇਸ ਤਰ੍ਹਾਂ ਮਹਾਰਾਜ ਫਿਰ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਕੇਸ ਕਸ਼ਹਿਰਾ ਸ਼ਾਸਤਰ ਸਾਹਮਣੇ ਨਾਮ ਸੰਪਤ ਦੇਖ ਕੇ ਤਿਆਰ ਪਰ ਸਿੰਘ ਸਜਾ ਦਿੰਦੇ ਸੀ। ਇਸ ਤਰ੍ਹਾਂ ਮਹਾਰਾਜ ਦੇ ਕੋਲ ਅਰਦਾਸ ਦੀ ਮਹਾਨਤਾ ਮਹਾਰਾਜ ਨੇ ਦੱਸੀ ਹੈ ਕਿ ਅਜੈਨ ਤੋਂ ਭਾਈ ਬਿਸ਼ੰਬਰ ਦਾਸ ਆਏ, ਬੇਨਤੀ ਮਹਾਰਾਜ ਘਰ 'ਚ ਗਰੀਬੀ ਬੜੀ ਹੈ, ਧਨ ਦੀ ਬਖਸ਼ ਕਰੋ। ਮਹਾਰਾਜ ਕਹਿੰਦੇ ਕੋਈ ਵੀ ਕਾਰਜ ਹੋਵੇ ਕੜਾ ਪਨ ਦੇ ਕਰਕੇ ਪਵਿੱਤਰ ਚੌਂਕੀ 'ਤੇ ਰੱਖੋ, ਸਵੱਛ ਕੱਪੜੇ ਨਾਲ ਢੱਕ ਕੇ ਕੋਲ ਬਹਿ ਕੇ ਪੂਰੀ ਪਵਿੱਤਰਤਾ ਨਾਲ ਸ੍ਰੀ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰੋ, ਆਨੰਦ ਸਾਹਿਬ ਦਾ ਸੰਪੂਰਨ ਪਾਠ ਕਰੋ। ਤੇ ਜਿਹੜੇ ਕਾਰਜ ਲਈ ਲੋੜ ਹੋਵੇ ਖੜ ਕੇ ਨਿਮਰਤਾ ਨਾਲ ਅਰਦਾਸ ਕਰੋ। ਭੋਗ ਲਓ ਸ੍ਰੀ ਸਾਹਿਬ, ਫਿਰ ਭੇਟ ਕਰਕੇ ਤੇ ਬਾਕ ਲਓ, ਤੁਹਾਡਾ ਕਾਰਜ ਅਵੱਚ ਸਿੱਧ ਹੋਇਆ। ਇਸ ਤਰ੍ਹਾਂ ਅਰਦਾਸ ਕਰਾਇਆ ਕਰ, ਤੇਰੇ ਘਰ ਧਨ ਸੁੱਖ ਸੰਪਦਾ ਬਖਸ਼ ਹੋਏਗੀ, ਦੁੱਖ ਦਰਦ ਨਾਸ ਹੋਣਗੇ। ਬਸ ਬਿਸ਼ੰਬਰ ਦਾਸ ਨੇ ਕਿਹਾ ਸ਼ਰਧਾ ਨਾਲ ਕੀਤੀ ਅਰਦਾਸ ਪ੍ਰਵਾਨ ਹੁੰਦੀ ਹੈ। ਇਸ ਤਰ੍ਹਾਂ ਹੀ ਫਿਰ ਉਹ ਕਰਦਾ ਰਿਹਾ ਤੇ ਮਹਾਰਾਜ ਦੀ ਮਿਹਰ ਹੋ ਗਈ। ਕਹਿੰਦੇ ਭਾਈ ਗੁਰੂ ਦੇ ਚਰਨਾਂ ਦਾ ਸਦਕ ਰੱਖੋ ਹਿਰਦੇ 'ਚ, ਔਰ ਸਿੱਖੀ ਸੰਗ ਸਿੱਖੀ ਸਦਕੋ ਕਦੀ ਡੋਲੋ ਨਹੀਂ। ਮਹਾਰਾਜ ਨੂੰ ਕਿਹਾ ਮਹਾਰਾਜ ਪੂਰਨ ਗੁਰਸਿੱਖ ਦਾ ਲੱਛਣ ਕੀ ਹੈ? ਕਹਿੰਦੇ ਜਿਹਦਾ ਜੀਵਨ ਧਰਮ ਵਾਸਤੇ ਹੈ, ਆਪਣਾ ਚਾਲ ਚਲਣ ਗੁਰੂ ਮਰਜ਼ਾਦਾ ਅਨੁਸਾਰ ਦਾ ਪੂਰਨ ਸਿੱਖਿਆ, ਆਪਣੀ ਕਮਾਈ 'ਚੋਂ ਦਸਵੰਧ ਦਿੰਦਾ, ਸਿੱਖੀ ਰਾਹ ਧਰਾਉਂਦਾ, ਇਸ਼ਨਾਨ ਨਾਮ ਦਾਨ ਸਿਮਰਨ 'ਚ ਲਗਾ ਕੇ ਉਮਰ ਬਤੀਤ ਕਰੇ, ਪਰਾਏ ਦਾ ਬੁਰਾ ਨਾ ਸੋਚੇ, ਪਰਾਏ ਧਨ ਦਾ ਤਿਆਗ ਕਰੋ, ਗੁਰਬਾਣੀ ਦਾ ਨਿਤਨੇਮ ਕਰੋ, ਸਿਮਰਨ ਕਰੋ।
ਇਹ ਧਾਰਨੇ ਜੋ ਗੱਲਾਂ ਹੈਗੀਆਂ। ਸਿੱਖ ਭਰਮ ਨਾ ਕਰੇ ਔਰ ਸੰਬੰਧੀ ਦੇ ਮਰਨੇ ਤੇ ਰੋਣਾ ਪਿੱਟਣਾ ਨਾ ਕਰੇ। ਨੀਚ ਔਰ ਚੰਡਾਲ ਬੇਸਵਾ ਇਸਤਰੀ ਨੂੰ ਕਰਜ਼ਾ ਨਾ ਦੇਵੇ। ਛੋਟੇ ਪੁਰਸ਼ਾਂ ਨਾਲ ਪ੍ਰੀਤ ਨਾ ਕਰੇ। ਵਾਹਿਗੁਰੂ ਨਿਸ਼ੁਕਰਾ ਹੋ ਕੇ ਨਾ ਲੈ। ਗੁਰਦੁਆਰੇ ਜਾਣ ਵੇਲੇ ਗੇਟਿਆਂ ਦੇ ਪੈਰ ਧੋ ਕੇ ਅੰਦਰ ਜਾਏ। ਔਰ ਰੋਟੀ ਖਾ ਕੇ ਪਿੱਛੋਂ ਢਿੱਡ ਨਾ ਵਜਾਵੇ। ਤੁਰੇ ਜਾਂਦਿਆਂ ਖਾਣਾ ਟੱਟੀ ਪਿਸ਼ਾਬ ਨਾ ਕਰੇ। ਖਾਣ ਖਾ ਕੇ ਉਹਦੀ ਨਿੰਦਿਆ ਨਾ ਕਰੇ। ਬਦਚਲਨ ਪੁਰਸ਼ ਔਰ ਬਦਚਲਨ ਇਸਤਰੀ ਦੀ ਪ੍ਰੀਤੀ ਨਾ ਕਰੇ। ਧਰਮ ਗ੍ਰੰਥ ਨੂੰ ਪੜ੍ਹ ਸੁਣ ਕੇ ਹੰਕਾਰ ਦੂਰ ਕਰੇ। ਸਾਰੀ ਜ਼ਿੰਮੇਵਾਰੀ ਨੂੰ ਧੀਰਜ ਨਾਲ ਨਿਭਾਏ। ਖੋਟਾ ਹੱਟ ਖੋਟਾ ਭੋਜਨ ਮਨ ਵਡਿਆਈ ਨਾ ਕਰੇ। ਖਾਂਦਾ ਪੀਂਦਾ ਮਨ 'ਚ ਪਰਮੇਸ਼ਰ ਨੂੰ ਚੇਤੇ ਰੱਖੇ। ਜਿਹੜਾ ਸਿੱਖ ਵਿਹਾਰ ਕਾਰ ਖਾਣ ਪੀਣ ਸ਼ੁੱਧ ਰੱਖਦਾ ਉਹਦਾ ਘਰ ਧਨ ਨਾਲ ਹਮੇਸ਼ਾ ਹੀ ਭਰਿਆ ਰਹਿੰਦਾ। ਕਿਸੇ ਤਰ੍ਹਾਂ ਦੀ ਉਹਨੂੰ ਟੋਟ ਵਗੈਰਾ ਨਹੀਂ ਹੁੰਦੀ। ਇਹ ਮਹਾਰਾਜ ਇਸ ਤਰ੍ਹਾਂ ਗੁਰਸਿੱਖਾਂ ਨੂੰ ਜੁਦੇ ਜੁਦੇ ਉਪਦੇਸ਼ ਜਿਹੜੇ ਸੀ ਦਿੰਦੇ ਹੁੰਦੇ ਸੀ। ਉਹਨਾਂ ਦੀ ਕਲਿਆਣ ਵਾਸਤੇ ਤੇ ਮਹਾਰਾਜ ਹਮੇਸ਼ਾ ਕਿਰਪਾ ਕਰਦੇ ਰਹਿੰਦੇ ਸੀ ਕਿ ਜਿਵੇਂ ਵੀ ਉਹਨਾਂ ਗੁਰਸਿੱਖਾਂ ਦਾ ਭਲਾ ਹੋਵੇ। ਇਸ ਤਰ੍ਹਾਂ ਮਹਾਰਾਜ ਫਿਰ ਇਹ ਦਾਤਾਂ ਜਿਹੜੀਆਂ ਵੰਡਦੇ ਸੀਗੇ। ਮਹਾਰਾਜ ਉਹ ਬਜੀਦਪੁਰ ਤੋਂ ਰੁਕਾਣੇ ਪਿੰਡ ਆਏ। ਥੇੜੀ ਪਿੰਡ ਗਏ, ਬੜੀ ਸੇਵਾ ਕੀਤੀ। ਇੱਕ ਨਾਥ ਰਹਿੰਦਾ ਹੈ ਜਿਹੜਾ ਕਰਾਮਾਤਾਂ ਹੀ ਬੜਾ ਪ੍ਰਸਿੱਧ ਸੀ। ਦਰਸ਼ਨ ਕਰ ਕਹਿੰਦੇ ਤੁਸੀਂ ਗੁਰੂ ਕਹਾਉਂਦੇ ਆ, ਤੁਹਾਡੇ ਕਰਾਮਾਤ ਵੀ ਕੋਈ ਹੈ ਤੇ ਦਿਖਾਓ। ਮਹਾਰਾਜ ਨੇ ਆਪਣਾ ਤੀਰ ਨਾ ਧਰਤੀ ਤੇ ਛੁਆ ਕੇ ਨਾਥ ਦੇ ਸਿਰ ਤੇ ਲਾ ਕੇ, ਨਾਥ ਜੀ ਹੁਣ ਦੱਸੋ ਆਨੰਦ ਰਾਜੀ ਖੁਸ਼ੀ? ਨਾਥ ਕਹਿੰਦਾ ਜੀ ਹੁਣ ਤਾਂ ਮੈਂ ਤੁਹਾਡੇ ਦੀ ਨੇ, ਤੁਸੀਂ ਮੇਰੀ ਤੀਰ ਲਾ ਕੇ ਸਾਰੀ ਸ਼ਕਤੀ ਖਿੱਚ ਲਈ। ਮਹਾਰਾਜ ਨਾ ਜੀ ਤੁਹਾਡੀ ਇੱਛਾ ਕਰਾਮਾਤ ਦੇਖਣ ਸੀ ਉਹ ਫਲੀਭੂਤ ਹੋ ਗਈ ਹੈ। ਹੋਰ ਕਰਾਮਾਤ ਦੇਖਣੀ ਦਿਖਾਈਏ। ਕਹਿੰਦੇ ਕਰਾਮਾਤ ਦੇਖਣ ਨੂੰ ਹੁਣ ਪੁਰਸ਼ ਦੀ ਵਡਿਆਈ ਨਹੀਂ ਰਹਿੰਦੀ। ਨਾਥ ਨੇ ਬਜਣ ਭੁੱਲ ਬਖਸ਼ਾਈ। ਫਿਰ ਨਮਸਕਾਰ ਕਰਕੇ ਚਲੇ ਗਿਆ। ਇਸ ਤਰ੍ਹਾਂ ਮਹਾਰਾਜ ਫਿਰ ਬਹੁਤ ਤਰ੍ਹਾਂ ਦੇ ਕੌਤਕ ਜਿਹੜੇ ਆ ਕਰ ਕਰਕੇ ਸੰਗਤਾਂ ਨੂੰ ਦਿਖਾਉਂਦੇ ਹੁੰਦੇ ਸੀ। ਤੇ ਜਿਹੜੇ ਸ਼ਰਧਾ ਨਾਲ ਸੇਵਾ ਕਰਦੇ ਆ ਮਹਾਰਾਜ ਫਿਰ ਉਹਨਾਂ ਦੇ ਉੱਤੇ ਬੜੀਆਂ ਬਖਸ਼ਿਸ਼ਾਂ ਕਰਦੇ ਸੀ ਕਿ ਜਿਹਦੇ ਨਾਲ ਜੀਵ ਦਾ ਭਲਾ ਹੋ ਜਾਏ, ਕਲਿਆਣ ਹੋ ਜਾਏ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਨੀ, ਨਾਮ ਜਪਣਾ ਇਹ ਬੜਾ ਪੁੰਨਮਈ ਕਰਮ ਹੈ। ਤੇ ਜਿਹੜੇ ਗੁਰਸਿੱਖ ਫਿਰ ਬਾਣੀ ਪੜ੍ਹਦੇ ਆ, ਸੇਵਾ ਕਰਦੇ ਆ, ਉਹਨਾਂ ਨੂੰ ਇਹ ਗਤੀ ਪ੍ਰਾਪਤ ਹੁੰਦੀ ਹੈ। ਤੇ ਜਿਵੇਂ ਮਹਾਰਾਜ ਨੇ ਪੁੱਛਿਆ ਸੀ ਮਹਾਰਾਜ ਨੂੰ ਤੇ ਤੀਰਥ ਇਸ਼ਨਾਨ ਵੇਦ ਬਾਣੀ ਦੇ ਪਾਠ ਦਾ ਕੀ ਫਲ ਹੈ? ਤਾਂ ਕਹਿੰਦਾ ਤੀਰਥ ਇਸ਼ਨਾਨ ਦਾ ਬਹੁਤ ਫਲ ਹੈ। ਸਾਰੇ ਪਾਪ ਨਸ਼ਟ ਹੋਏ, ਅੰਤ ਨੂੰ ਸੁਰਗ ਮਿਲਦਾ। ਵੇਦਾਂ ਦੇ ਪਾਠ ਨਾਲ ਹੀ ਆਤਮਾ ਗਿਆਨ ਦੀ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਤਪਾ ਜੀ ਸਾਡੇ ਜਿਹੜੇ ਸਿੱਖ ਆ ਸਤਸੰਗ ਦੀ ਸੇਵਾ ਕਰੇ ਸੋ ਪ੍ਰਾਪਤ ਕਰਦੇ ਆ, ਉਹ ਤੁਹਾਨੂੰ ਪ੍ਰਾਪਤ ਨਹੀਂ। ਤੁਸੀਂ ਤਤਵ ਦੀ ਪਛਾਣ ਨਹੀਂ ਕੀਤੀ। ਤੀਰਥ ਆਦਿਕਾਂ ਦੇ ਇਸ਼ਨਾਨ ਵੇਦਾਂ ਪਾਠਾਂ ਦੇ ਝੂਠੇ ਅਮਾਨ 'ਚ ਸਾਰੀ ਉਮਰ ਗਵਾ ਲਈ ਹੈ। ਇਹ ਝੂਠਾ ਅਮਾਨ ਜਿਹੜਾ ਪੂਰੇ ਗੁਰੂ ਨਾਲ ਮਿਲ ਕੇ ਦੂਰ ਹੁੰਦਾ। ਤਪੇ ਨੇ ਗਿਆ ਤੀਰਥ ਨੇ ਮਹਿਮਾ ਸਾਰੇ ਰਿਸ਼ੀਆਂ ਨੇ ਕਹੀ ਹੈ। ਤਮਨਿਆ ਤੁਸੀਂ ਨੂੰ ਤੁੱਛ, ਸਾਧੂ ਸਿੰਘ ਮਹਿਮਾ ਵੱਡੀ ਕਿਵੇਂ ਕਹਿੰਦੇ। ਤੇ ਮਹਾਰਾਜ ਨੇ ਉੱਤਰ ਸ਼ਬਦ ਉਚਾਰਿਆ ਸੀ ਨਾ, ਮਲਾਰ ਮਹੱਲਾ ਚੌਥਾ। ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰ ਹੈ ਉਦਮ ਤੂਰ ਸਾਧੂ ਕੀ ਥਾਈ। ਕਿਲਵਕ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਤੀਰਥ ਅਠ ਸਮਝਣ ਆਈ ਸਤਸੰਗਿਕ ਧੂਰ ਪਰੀ ਉਡ ਨੇਤਰੀ ਸਭ ਦੁਰਮਤ ਮੈਲ ਗਵਾਈ ਰਹਾ। ਜਾਰ ਨਵੀ ਤਪੈ ਭਗੀਰ ਥਾਣੀ ਕੇਦਾਰ ਥਾਪਿਓ ਮੈਂ ਸਾਈ। ਖਾਂਸੀ ਕ੍ਰਿਸ਼ਨ ਚਰਾਵਤ ਗਊ ਮਿਲ ਹਰ ਜਨ ਸੁਭਾ ਪਾਈ।
जितनी धीरे देवी थापे सब जितने लोचा तूर साधु बुझाई। हर का संत मिला गुर साधु लै तिसकी तूर मुख लाई। जितनी सिर तुमरे मेरे स्वामी सब जितनी लोचा तूर साधु बुझाई। नानक ललाट होवे ने लिखिया ते साधु तूर दे हर पार ले। ये गंगा जमुना सरास्ती भी साधु ही तू उदम करते हैं कि मेरे च पापी लोग नहाते मैल भरते हैं। साधुओं के चरण मेरी वो मैल दूर होंगी है। थाड़ तीर्थां ਜਿਹੜੇ ਇਸ਼ਨਾਨ है संगत की धूड़ कहते नेत्रां पै दुरमत मैल चली जाती है। जार नवी ਜਿਹੜੀ गंगा भगीरथ ने जाती है केदार हाँ जी थापिया है उत्थे मैं साई जिथे शिव जी ने झोटे का रूप धारिया। काशी कृष्ण का काशी कृष्ण गऊआं चराउंदा उत्थे बिंदरावन हरि दे जन नाम जप शोभा पाई। जिन्हें देव तीर देवी थापे सब फल सोच गए। और हरि का संत मिले ਉਹਦੀ तूड़ी प्रेमी मत्थे लाउंदे। जितनी श्रेष्ठ मेरे मालक है सब साधु की तूड़ में लोच गई। जिहदे मत्थे लिखिया उन्होंने साधु की तूड़ मिलती है। जब तो 3 बार समझाए कहने मेरा शंका दूर हो गई। इस तपे ने सिक्खी धार ली क्योंकि कोई सिखा ने कहा महाराज भी साडा जीवन फिर सफला क्यों है। जे कोई अंत समय महाराज कहते शुभगति चाहता उन्होंने चाहिए हंकार तो रह होके मन तन संग की सेवा करे। कल जो सत्संग सेवा का महात्म बनना जब तक होर नियम धर्म करना सुना सेवा करना उत्तम करना। सेवा बिना भगत भगती बिना ज्ञान प्राप्त नहीं। इसलिए सेवा सब शुभ कर्मों का महाराज कहते मूल है। यथाशा भोजन तैयार करके सत्कार सिख संत में चुकाए जल चुकाए पखा चले। सिख संतां विश्राम सुंदर मंदिर बनाए निरहंकार श्रद्धा प्रेम उन्होंने आओ भगत करे। गुरु दे एक सिख संत हंसा समान जिहड़ा इन्हां दी सेवा करदा उन्होंने सब फल मुक्त पोत प्राप्त होंगे। ये सुन के सिख जिहड़े सीगे हाँ जी सेवा करन लग। जिवें भाई हंदाल जी नागरी सी महाराज जी आटा गुंदे महाराज आ गए वो दोवें हाथ आटे ने पेट से रख लिया सिर महाराज चलने रखे। महाराज देख बड़ी खुश होए कहते उन्होंने फिर 3 लोगों की सोझी हो गई। पर सानू ये क्या नाम जपया कर जपाया कर फिर जाके नाम जपता जपाउंदा रहा परमगति प्राप्त हुई। इस वास्ते फिर जंडियाले सी इसके नाम से जंडियाला प्रसिद्ध हो गया। इस तरह जी महाराज दे संगत कर करके किन्ने गुरसिखां ने बड़ियां बड़ियां पदवियां लईयां। कथा कीर्तन होंदे जिवें महान ते विधि ने बेनती की महाराज तुहाडी शरण सानूं उपदेश दिओ साडा जन्म मन कटिया जाए। महाराज कहते तुसीं अपना पछाण लओगे तुहाडा जन्म कटिया जाए। ये शरीर नाश हो जाने वाला झूठा है। तुसीं शरीर नहीं तुसीं वो नहीं जिहड़ा कदी तुसीं वो है जिहड़ा कदी मरदा नहीं ना कदी मारिया जा सकदा। वो है चेतन आत्मा। कल निश्चय करके चेतन रूपी आत्मा नूं पछाणो ते सानूं चेतन स्वरूप ज्ञान पछाण किवें हो सकदी है। महाराज कहते श्रद्धा प्रेम नाल सत्संग करया करो गुरसिखां की सेवा करया करो कथा कीर्तन सुनिया करो बाणी पढ़िया सुनिया करो दुख से डोल रहा करो करोगे तो चेतन से पछाण हो जाएगी। इस तरह फिर धर्मदास डूगरदास दीपा जेठा संसारू बूला तीर्थ इन्हीं बेनती की महाराज साडा आधार किवें होया। महाराज कहते पहला अपने मन का हंकार दूर करो निमरता धारो ईरखा निंदिया का त्याग करो सत्संग जा कथा कीर्तन प्रेम न सुनो अतिथि नूं भोजन छकाओ विश्राम करो तुहाडा लोक सफला हो जाएगा। कि जापा मैया नैया खोलर इन्हीं बेनती महाराज सानूं उपदेश दिओ जिंदे नाल असीं गृहस्थी रहिंदे अपना आधार कर लईए। महाराज कहंदे जिस तरह रात दिन तुसीं घर दे काम करदे ने उन्हां नाल प्यार करदे उन्हां नूं त्यागदे ने। इस तरह बाणी पढ़न समय बाणी नाल प्यार करो बार बार विचारो। इस तरह गुरु की आग्या जिहड़े करदे आ वो सफल हो जांदे।
ਕਿ ਸਾਨੂੰ ਕੀ ਆ ਗਿਆ, ਕਿਵੇਂ ਕਰੀਏ। ਮਹਾਰਾਜ ਕਹਿੰਦੇ ਮਨ ਨੂੰ ਬੁਰਾਈਆਂ ਵੱਲੋਂ ਮੋੜੋ, ਬਾਣੀ ਦਾ ਵਿਚਾਰ ਕਰੋ, ਕੰਮ ਕਾਰ ਕਰਦੇ ਸਤਿਨਾਮ ਸ਼੍ਰੀ ਵਾਹਿਗੁਰੂ ਸਿਮਰਨ ਉੱਠਦੇ ਬੈਠਦੇ ਹਮੇਸ਼ਾ ਕਰੋ। ਜਿਹਨਾਂ ਹੋਮੇਗਾ ਰੋਗ ਮਿਟ ਜਾਏਗਾ। ਸਰੀਰ ਨਾਲ ਕੰਮ ਕਰੋ ਔਰ ਰਸਨਾ ਨਾਲ ਨਾਮ ਜਪੋ। ਮਨ ਨਾਲ ਸਭ ਦਾ ਭਲਾ ਸੋਚੋ, ਬੁੱਧੀ ਨਾਲ ਵਿਚਾਰ ਧਾਰੋ, ਫਿਰ ਮਨ ਨੂੰ ਨਾਮ ਚਲਾਈ ਰੱਖੋ। ਉਪਦੇਸ਼ ਧਾਰਨ ਕਰੋਗੇ, ਤੁਹਾਨੂੰ ਮੁਕਤੀ ਜਿਹੜੀ ਹੈ ਨਾ ਉਹ ਪ੍ਰਾਪਤ ਹੋ ਜਾਏਗੀ। ਇਸ ਵਾਸਤੇ ਇਹ ਜਿਹੜੇ ਉਪਦੇਸ਼ ਹੈ ਇਹ ਕਲਿਆਣਕਾਰੀ ਹੈ। ਇਸ ਵਾਸਤੇ ਫਿਰ ਗੁਰੂ ਮਹਾਰਾਜ ਕੋ ਬੇਅੰਤ ਤਰ੍ਹਾਂ ਦੇ ਪ੍ਰੇਮੀ ਆਉਂਦੇ ਸੀ। ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੁੱਬਿਆ, ਤਸ ਕਰਨ ਜੋਗਾ ਪਾਣੀ ਨੂੰ ਸਾਕਰ ਜਾਦੇ। ਕਿਉਂਕਿ ਬਾਣੀ ਜਿਹੜੀ ਹੈ ਇਹ ਇਨਸਾਨ ਦੇ ਜੀਵਨ ਨੂੰ ਸਫਲ ਕਰਦੀ ਹੈ। ਕਿਉਂਕਿ ਮਹਾਰਾਜ ਦੁਕਾਨ 'ਚ ਬੈਠੇ ਸੀ ਨਾ, ਭਲੇ ਕੰਮ ਕਰਨੇ ਚੰਗੇ, ਉੱਤਮ ਕਰਨ ਖੂਹ ਲਾਉਣਾ, ਹਰ ਪ੍ਰਾਣੀ ਪਾਣੀ ਪੀ ਕੇ ਸੋਖ ਮਿਲਦਾ, ਖੂਹ ਤੋਂ ਪੌਨੇ ਤਾਲ ਲਾਉਣਾ, ਅਤੇ ਪਸ਼ੂ ਪੰਛੀ ਵਗੈਰਾ ਉਹ ਵੀ ਪਾਣੀ ਪੀਂਦੇ ਆ। ਇਸ ਤੋਂ ਚੰਗਾ ਤੀਸਰਾ ਸਰੋਵਰ ਰਚਣਾ, ਚਾਰ ਪੌੜੀਆਂ ਤਿਆਰ ਕਰਨੀਆਂ, ਪੌੜੀਆਂ ਬੈਠ ਕੇ ਪੁਰਸ਼ ਇਸ਼ਨਾਨ ਕਰੇ, ਦਾਨ ਕਰੇ, ਭਜਨ ਕਰੇ, ਆਨੰਦ ਪ੍ਰਾਪਤ ਹੋਵੇ। ਇਸ ਵਾਸਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਭਾਈ ਜਿਵੇਂ ਕਲਿਆਣਾ ਜੀ ਸੀ, ਦਰਸ਼ਨ ਲਿਆ ਅਤੇ ਦੱਖਣੀ ਓਂਕਾਰ ਦਾ ਪਾਠ ਕਰ ਰਿਹਾ ਸੀ। ਲੇਖ ਨਾ ਮਿਟੇ ਸਿੱਖੀ ਜੋ ਲੇਖਾ ਕਰਤਾ। ਅਤੇ ਉੱਧਰ ਰਾਜਾ ਆਇਆ ਹੋਇਆ ਸੀ, ਮੰਡੀ ਦਾ ਹਰੀ ਸਿੰਘ। ਜਿਹੜੇ ਦੀਵਾਨ ਸਮਾਪਤੀ ਹੋਈ, ਕਹਿੰਦੇ ਮਹਾਰਾਜ ਬਾਣੀ ਸੀ ਲੇਖ ਨਾ ਮਿਟੇ ਸਿੱਖੀ ਜੋ ਲੇਖਾ ਕਰਤਾ। ਕੀ ਮਤਲਬ? ਜੇ ਲੇਖਾ ਮਿਟਣਾ ਹੀ ਨਹੀਂ, ਫਿਰ ਤੁਹਾਡੇ ਦਰਸ਼ਨ ਪਰਸ਼ਨ ਸਿੱਖ ਬਣਨ ਦਾ ਲਾਭ ਕੀ ਹੈ? ਮਹਾਰਾਜ ਕਿ ਮੈਨੂੰ ਗੱਲ ਦਾ ਤੈਨੂੰ ਦੋ ਤਿੰਨ ਨਹੀਂ ਪਤਾ ਲੱਗ ਜੂ। ਉਹ ਬਚਨ ਰਾਜਾ ਜਿਹੜੇ ਡੇਰੇ ਗਿਆ, ਸੁੱਤਾ ਸੁਪਨਾ ਹੈ, ਮਰ ਕੇ ਚੜਾਲ ਦੇ ਘਰ ਜੰਮਿਆ। ਜਵਾਨ ਨੂੰ ਵਿਆਹ ਹੋਇਆ, ਧੀਆਂ ਪੁੱਤ ਹੋ ਗਿਆ, ਬੜਾ ਪਰਿਵਾਰ ਹੋ ਗਿਆ, ਸਮਾਂ ਪਾ ਕੇ ਮਰ ਗਿਆ। ਇਹ ਸੁਪਨੇ ਦੀ ਵਾਰਤਾ ਜਿਹੜੇ ਜਾਗਿਆ, ਸੁਪਨੇ ਜਾ ਕੇ ਬੜਾ ਹੈਰਾਨ ਹੋਇਆ, ਕਿਉਂਕਿ ਦਿਲ ਪ੍ਰਜਾ ਸ਼ਿਕਾਰ ਗਿਆ। ਹਰਨੇ ਵੱਲ ਘੋੜਾ ਦੜਾ, ਉਹ ਦੋਨੋਂ ਕਰਿਆ ਸਾਲ ਨੇ ਇੱਕ ਜਗ੍ਹਾ ਦਰਖਤ ਲਈ ਬਹਿ ਗਏ ਅਤੇ ਉਹਨੂੰ ਬੈਠਾ ਰਹਿ ਕੇ ਉਹਦੇ ਸੁਪਨਾ ਹੀ ਘਰ ਜਾ ਦੱਸਿਆ, ਤੁਹਾਡਾ ਆਦਮੀ ਬਾਹਰ ਬੇਸ਼ਾਂ ਤੇ ਬੈਠਾ ਹੈ, ਸੋਹਣੇ ਕੱਪੜੇ ਪਾਏ, ਰਾਜਾ ਬਣੇ ਬੈਠਾ, ਅੰਦਰ ਘੋੜਾ ਬਣਿਆ। ਉਹ ਸੁਣਦੇ ਸਾਰਾ ਜਿਹੜਾ ਸੁਪਨੇ ਵੀ ਸਰਦਾਰ ਦੇਖਦਾ ਸੀ ਨਾ, ਹੋਰ ਵੀ ਆਂਢ ਗੁਆਂਢ ਜਿਹਨੂੰ ਸੁਣੇ, ਉਹ ਸਾਰੇ ਦੌੜਿਆ, ਧੀਆਂ ਪੋਤੇ ਇਸਤਰੀ ਰਾਜ ਨੂੰ ਫੜ ਘਰ ਜੋਰ ਵੀ ਲੈ ਗਿਆ। ਪੇਸ਼ ਨਾ ਜਾਏ, ਬੜਾ ਘੋਰਾ ਦੁਖੀ ਹੋਇਆ, ਅਰਦਾਸਾਂ ਨਾਲ ਮਹਾਰਾਜ ਮੈਨੂੰ ਖਾਈ ਤੋਂ ਬਚਾਓ, ਤੁਹਾਡੀ ਸ਼ਰਨ ਹੈ, ਕਿੱਧਰੋਂ ਬਿਪਤਾ ਪੈ ਗਈ, ਬਚਾਓ। ਬੇਨਤੀਆਂ ਕੀਤੀਆਂ ਅਤੇ ਮਹਾਰਾਜ ਰਾਜੇ ਦਾ ਕੌਤਕ ਰਚਣ ਵਾਲੇ ਸ਼ਿਵਰ ਸਿੱਖੋਂ ਲੈ ਕੇ ਪਹੁੰਚੇ। ਜਦੋਂ ਗੁਰੂ ਮਹਾਰਾਜ ਉਹਨਾਂ 'ਚ ਡਾਲਾਂ ਪੁੱਛਿਆ, ਤੁਸੀਂ ਇਹਨੂੰ ਕਿਉਂ ਫੜੀ ਬੈਠੇ? ਕਹਿੰਦੇ ਜੀ ਇਹਦੇ ਧੀਆਂ ਪੁੱਤਰ ਹੈ, ਸਾਡਾ ਪਿਓ ਆ, 2 ਦਿਨ ਮਰ ਗਿਆ ਸੀ, ਅਸੀਂ ਕਬਰ ਦੱਬ ਕੇ ਆਏ, ਉੱਥੋਂ ਨਿਕਲ ਕੇ ਹੁਣ ਕਿੰਨੇ ਵਧੀਆ ਲੀੜੇ ਪਾ ਕੇ ਬੈਠਾ ਹੈ, ਘਰ ਨੂੰ ਜਾਂਦਾ ਨਹੀਂ। ਇਹ ਸੁਣ ਕੇ ਮਹਾਰਾਜ ਕਹਿੰਦੇ ਤੁਹਾਡਾ ਪੇ ਨਹੀਂ, ਜਿਵੇਂ ਪੇ ਦੀ ਕਬਰ ਪੁੱਟ ਕੇ ਦੇਖੋ, ਕਬਰ ਪੁੱਟੀ ਤਾਂ ਮੁਰਦਾ ਪਿਓ ਲਾਸ਼, ਜੋ ਕਿ ਉੱਥੋਂ ਪੇ ਦੀ ਯਕੀਨ ਹੋਇਆ ਸਾਡਾ ਪਿਓ ਨਹੀਂ ਹੈ, ਇਹ ਸਾਡੇ ਪੇ ਨਾਲ ਸ਼ਕਲ ਮਿਲਦੀ, ਭੁਲੇਖਾ ਪੈ ਗਿਆ। ਜਦੋਂ ਰਾਜੇ ਦੀ ਖਲਾਸੀ ਹੋਈ, ਮੁੜ ਕੇ ਆਏ ਅਤੇ ਰਾਜੇ ਨੂੰ ਦੱਸਿਆ, ਤੂੰ ਗੁਰੂ ਕੀ ਸ਼ਰਨ ਹੈ, ਤੈਨੂੰ ਲਾਭ ਹੋਇਆ, ਇੱਥੋਂ ਮਰ ਕੇ ਤੈਂ ਚੜਾਲ ਜੂਣੀ ਭੋਗਣੀ ਸੀ, ਸੁਪਨੇ 'ਚ ਅਸੀਂ ਸਾਰੀ ਉਹ ਭੁਗਤਾ ਦਿੱਤੀ ਹੈ। ਹਾਂਜੀ, ਕਰਤਾਰ ਦਾ ਲਿਖਿਆ ਲੇਖ ਵੀ ਨਹੀਂ ਮਿਟਿਆ, ਸਤਸੰਗ ਹੋਣ ਕਰਕੇ ਭੋਗਿਆ ਗਿਆ, ਸੁਪਨੇ 'ਚ ਭੋਗਿਆ ਗਿਆ, ਦੋਵੇਂ ਗੱਲਾਂ ਠੀਕ ਹੋਈਆਂ। ਰਾਜੇ ਨੇ ਫਿਰ ਮਹਾਰਾਜ ਨੂੰ ਮੱਥਾ ਟੇਕਿਆ, ਪੱਕਾ ਸੇਵਕ ਬਣਿਆ। ਫਿਰ ਜਿਹੜੇ ਸਰੋਵਰ ਦੀ ਸੇਵਾ ਚੱਲਦੀ ਸੀ ਅਤੇ ਬਹੁਤ ਸੇਵਾ ਇਹਨੇ ਫਿਰ ਕੀਤੀ। ਇਸ ਤਰ੍ਹਾਂ ਭਾਈ ਮਨ ਜੀ ਜਲੰਧਰ ਜ਼ਿਲ੍ਹੇ ਨਾਲ ਪੀਰ ਨਿਗਾਹੇ ਦਾ ਪਾਸ਼ ਕੀ ਸਿੱਖਾਂ ਨੂੰ ਯਾਦ ਸੁਣ ਕੇ ਮਹਾਰਾਜ ਕੋਲ ਆਇਆ, ਸਿੱਖੀ ਗੱਲ ਮਹਾਰਾਜ ਸਿੱਖੀ ਬੜੀ ਔਖੀ, ਇੱਕ ਤੂੰ ਮੁਸਲਮਾਨ ਪੀਰ ਦਾ ਪਾਸ਼ ਸਿੱਖੀ ਨਹੀਂ ਕਮਾ ਸਕਦਾ, ਸਿੱਖੀ ਧਾਰਨਾ ਕਮਾਉਣਾ ਬੜੀ ਔਖੀ ਹੈ, ਬਖਸ਼ਿਸ਼ ਕਰੋ ਕਹਿੰਦੇ, ਇਹ ਕਠਿਨਾਈ ਹੋਏਗੀ, ਕਿਰਪਾ ਸਿੱਖੀ ਦਾਨ ਦੀ। ਸਿੱਖੀ ਦੀ ਰਹਿਤ ਬਹਿਤ ਦੱਸੀ, ਪੀਰਖਾਨਾ ਢਾਹ ਕੇ ਸੰਗਤ ਸੇਵਾ ਕਰ, ਸਤਿਨਾਮ ਸਿਮਰਨ, ਪਰਮਾਤਮਾ ਹੀ ਲੀਨ ਹੋ ਜਾਵੇ।
ਫਿਰ ਇਸ ਤਰ੍ਹਾਂ ਕੀਤਾ, ਸਤਿਨਾਮ ਸਿਮਰਨ ਕਰਨ ਲੱਗਾ, ਸਿੱਖੀ ਦੀ ਰੰਗ ਪ੍ਰਾਪਤ ਹੋਈ। ਅੰਮ੍ਰਿਤਸਰ ਆ ਗਿਆ, ਲੰਗਰ ਦੀ ਸੇਵਾ ਕਰਦਾ, ਸੰਗਤ ਦੀ ਸੇਵਾ ਕਰਦਾ, ਬਾਲਣ ਲਿਆਉਂਦਾ, ਸੰਗਤ ਦੇ ਭਾਂਡੇ ਮਾਂਜਦਾ, ਜਲ ਦੀ ਸੇਵਾ ਕਰਦਾ। ਇੱਕ ਦਿਨ ਲੱਕੜਾਂ ਦੀ ਪੰਡ ਚੁੱਕ ਕੇ ਆ ਰਿਹਾ ਸੀ, ਕਾਲੀ ਹੋਈ ਨੇਰੀ, ਅੱਗੇ ਬੋਰਾ ਖੂਹ ਚ ਡਿੱਗ ਪਿਆ, ਲੱਕੜਾਂ ਥੱਲੇ ਡਿੱਗਣ ਨਹੀਂ ਦਿੱਤੀਆਂ, ਤੇ ਗੁਰੂ ਗੁਰੂ ਜਪ ਰਿਹਾ ਸੀ। ਮਹਾਰਾਜ ਜਾਣੀ ਜਾਣ ਸੀ, ਨੰਗੇ ਚਰਨੀ ਰਸੇ ਪੀੜੀ ਲੈ ਕੇ ਉੱਥੇ ਆ ਗਿਆ, ਧਮਕਾ ਕੇ ਭਾਈ ਮੰਝ ਨੂੰ ਬਾਹਰ ਆ, ਕਹਿੰਦਾ ਜੀ ਪਹਿਲਾਂ ਬਾਲਣ ਕੱਢੋ ਫਿਰ ਆਵਾਂਗੇ। ਚੱਲਦਾ ਲੱਕੜਾਂ ਦੀ ਪੰਡ ਬਾਹਰ ਕੱਢੀ, ਫਿਰ ਰੱਸਾ ਵੜ ਕੇ ਭਾਈ ਮੰਝ ਬਾਹਰ ਆ ਗਿਆ। ਬਾਹਰ ਪ੍ਰਸੰਨ ਹੋ ਕੇ ਕਹਿੰਦੇ ਮੰਗਲਾ ਜੋ ਮੰਗਣਾ, ਤੇਰੀ ਖਾਲ ਸੇਵਾ ਥਾਂ ਪੈ ਗਈ। ਕਹਿੰਦੇ ਮਹਾਰਾਜ ਚਰਨਾਂ ਦੀ ਪ੍ਰੀਤੀ ਬਖਸ਼ੋ, ਸਿੱਖੀ ਬਖਸ਼ੋ, ਪਿਆਰ ਬਖਸ਼ੋ। ਤੇ ਮਹਾਰਾਜ ਨੇ ਜਪਤੀ 'ਚ ਲੈ ਕੇ ਬਾਹਰ ਦਿੱਤਾ, ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਦਾ ਬਹੁਤ ਸਾਜਾ ਬਲੰਘਣ। ਪਵਿੱਤਰ ਸੀਰ ਨਾਲ ਛੋਹਣ ਕਰਕੇ ਮੰਝ ਨੂੰ ਸਭ ਵਿਧੀਆਂ ਸੇ ਸ਼ਕਤੀਆਂ ਪ੍ਰਾਪਤ ਹੋਈਆਂ, ਬਖਸ਼ਿਸ਼ ਕੀਤੀ ਤੇ ਉਹਨੂੰ ਗੁਰੂ ਕਾ ਲੰਗਰ ਚਲਾ। ਇਸ ਤਰ੍ਹਾਂ ਮਹਾਰਾਜ ਨੇ ਬੜੇ ਬੜੇ ਪ੍ਰੇਮੀ ਜਿਹੜੇ ਆ ਉਹਨਾਂ ਨੂੰ ਬਖਸ਼ਾਂ ਕਰ ਕਰਕੇ ਬ੍ਰਹਮਗਾਮੀਆਂ ਦਾਤਾਂ ਦਿੱਤੀਆਂ। ਸੇਵਾ ਜਿਹੜੀ ਹੈ ਇਹ ਬਹੁਤ ਵੱਡੀ ਚੀਜ਼ ਹੈ। ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਫਿਰ ਇਹ ਜਿਹੜੀਆਂ ਕਾਲਣਾ ਖਾਲੀਆਂ ਜਾਂਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।